ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਪਹਿਲਾ ਦੱਖਣੀ। ਓੰਕਾਰ ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਿਨ ਚਿਤ। ਓੰਕਾਰ ਸੈਲ ਜੁਗ ਭਏ ਓੰਕਾਰ ਵੇਦ ਨਿਰਮਏ। ਓੰਕਾਰ ਸ਼ਬਦ ਉਦਰੇ ਓੰਕਾਰ ਗੁਰਮੁਖ ਤਰੇ। ਓਨਮ ਅੱਖਰ ਸੁਣੋ ਵਿਚਾਰ ਓਨਮ ਅੱਖਰ ਤਿਰਭਵਨ ਸਾਰ। ਸੁਣ ਪਾਂਡੇ ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਓ। ਸਸੈ ਸਭ ਜਗ ਸਹਿਜ ਉਪਾਇਆ ਤੀਨ ਭਵਨ ਇਕ ਜੋਤੀ। ਗੁਰਮੁਖ ਵਸਤ ਪ੍ਰਾਪਤ ਹੋਵੈ ਚੁਣ ਲੈ ਮਾਨਕ ਮੋਤੀ। ਸਮਝੈ ਸੂਝੈ ਪੜ੍ਹ ਪੜ੍ਹ ਬੂਝੈ ਅੰਤ ਨਿਰੰਤਰ ਸਾਚਾ। ਗੁਰਮੁਖ ਦੇਖੈ ਸਾਚ ਸੰਭਾਲੇ ਬਿਨ ਸਾਚੇ ਜਗ ਕਾਚਾ। ਤੱਦੈ ਧਰਮ ਧਰੇ ਧਰਮਾਪੁਰ ਗੁਣਕਾਰੀ ਮਨ ਧੀਰਾ। ਤੱਦੈ ਧੂਲ ਪੜੈ ਮੁਖ ਮਸਤਕ ਕੰਚਨ ਭਏ ਮਨੂਰਾ। ਤਨ ਧਰਣੀ ਧਰ ਆਪ ਅਜੋਨੀ ਤੋਲ ਬੋਲ ਸਚ ਪੂਰਾ। ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰ ਸੂਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ ਅਤੇ ਗੁਰਬਾਣੀ ਵਿਚਾਰ ਦੇ ਗੁਰਮੁਖ ਜਨੋ, ਅੱਜ ਓੰਕਾਰ ਬਾਣੀ ਦੀ ਆਰੰਭਤਾ ਹੈ। ਰਾਮਕਲੀ ਦੱਖਣੀ ਰਾਗ ਹੈ। ਜਿਵੇਂ ਹੋਰ ਕਈ ਦੱਖਣੀ ਰਾਗ ਹੁੰਦੇ, ਮਾਲਕੌਂਸ ਔਰ ਗੌੜੀ ਦੱਖਣੀ, ਗੌੜੀ ਪੂਰਬੀ, ਗੌੜੀ ਦੀਪਕੀ, ਇਸ ਤਰ੍ਹਾਂ। ਉਹ ਭਾਵੇਂ ਕਿ ਦਾਨਿਆਂ ਨੇ ਇਸ ਬਾਣੀ ਦਾ ਨਾਂ ਦੱਖਣੀ ਓਂਕਾਰ ਹੀ ਲਿਖਿਆ ਹੋਇਆ ਪੁਰਾਣੇ ਸਭ ਟੀਕਿਆਂ 'ਚ, ਇਸ ਤਰ੍ਹਾਂ ਦਾ ਨਹੀਂ ਹੈ ਬਾਤ। ਪ੍ਰਭਾਤੀ ਦੱਖਣੀ, ਬਡਹੰਸ ਦੱਖਣੀ, ਬਿਲਾਵਲ ਦੱਖਣੀ, ਮਾਰੂ ਦੱਖਣੀ ਆਦਿ ਇਹ ਰਾਗਾਂ ਦੇ ਨਾਮ ਹੈ। ਦੱਖਣ ਦਾ ਰਾਗ ਹੁੰਦਾ ਹੈ। ਇਸ ਕਰਕੇ ਇਹਦੇ ਨਾਂ ਨਾਲ ਦੱਖਣੀ ਨਹੀਂ ਲਗਾਉਣਾ। ਬਾਣੀ ਦਾ ਨਾਂ ਹੈ ਓੰਕਾਰ। ਗੁਰੂ ਸਾਹਿਬ ਫਰਮਾਉਂਦੇ, ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਓੰਕਾਰ ਬ੍ਰਹਮਾ ਉਤਪਤ। ਓੰਕਾਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੋਈ ਹੈ। ਇਸ ਦਾ ਮਤਲਬ ਹੈ ਓੰਕਾਰ ਤੋਂ ਜਾਂ ਓੰਕਾਰ ਨੇ ਬ੍ਰਹਮਾ ਦੀ ਉਤਪਤੀ ਕਰੀ। ਬ੍ਰਹਮਾ ਓੰਕਾਰ ਤੋਂ ਪੈਦਾ ਹੋਇਆ। ਸ੍ਰਿਸ਼ਟੀ ਦੇ ਵਿੱਚ ਜਾਂ ਹਿੰਦੂ ਜਗਤ ਵਿੱਚ ਇਹ ਖਿਆਲ ਚੱਲਿਆ ਆ ਰਿਹਾ ਵੀ ਬ੍ਰਹਮਾ ਨੇ ਦੁਨੀਆ ਬਣਾਈ ਹੈ, ਜਗਤ ਬਣਾਇਆ। ਇਹ ਖਿਆਲ ਦਾ ਖੰਡਨ ਹੈ ਗੁਰਬਾਣੀ 'ਚ, ਕਿਉਂਕਿ ਬ੍ਰਹਮਾ ਖੁਦ ਵੀ ਪਰਮਾਤਮਾ ਤੋਂ ਪੈਦਾ ਕੀਤਾ ਗਿਆ। ਓੰਕਾਰ ਕੀਆ ਜਿਨ ਚਿਤ, ਉਸੇ ਓਂਕਾਰ ਨੂੰ ਬ੍ਰਹਮਾ ਨੇ ਆਪਣੇ ਚਿੱਤ ਵਿੱਚ ਰੱਖਿਆ। ਓਂਕਾਰ ਸੈਲ ਜੁਗ ਭਏ, ਸਾਰੇ ਪਹਾੜ ਯੁੱਗ ਪਰਮਾਤਮਾ ਤੋਂ ਬਣੇ। ਓਂਕਾਰ ਵੇਦ ਨਿਰਮਏ, ਓਂਕਾਰ ਤੋਂ ਹੀ ਵੇਦਾਂ ਦੀ ਰਚਨਾ ਹੋਈ ਹੈ। ਹੁਣ ਸਾਧ ਸੰਗਤ ਜੀ, ਇਹਨੂੰ ਇਸ ਤਰ੍ਹਾਂ ਨਹੀਂ ਲੈਣਾ ਵੀ ਵੇਦਾਂ ਦੀ ਮਾਨਤਾ ਹੈ ਗੁਰਬਾਣੀ 'ਚ। ਗੁਰਬਾਣੀ ਦਾ ਇਹ ਨਿਸ਼ਚਿਤ ਖਿਆਲ ਹੈ ਵੀ ਚੰਗਾ ਵੀ ਮੰਦਾ ਵੀ, ਤ੍ਰੈਗੁਣੀ ਵੀ, ਚੌਥੇ ਗੁਣ ਵਾਲਾ ਵੀ, ਸਭ ਪਰਮਾਤਮਾ ਦੇ। ਅੰਮ੍ਰਿਤ ਛਕਣ ਛਕਾਉਣ ਵਾਲਾ ਵੀ ਉਸੇ ਦਾ ਹੈ, ਅਤੇ ਠੇਕੇ 'ਚ ਬੈਠਾ ਦਾਰੂ ਪੀਂਦਾ ਵੀ ਉਸੇ ਦਾ ਹੈ। ਫੁੱਲ ਵੀ ਉਹੀ ਹੈ, ਕੰਡਾ ਵੀ ਉਹੀ ਹੈ। ਸੋ ਜਿਹੜੀ ਵੇਦਾਂ ਦੀ ਬਾਤ ਆ ਰਹੀ ਹੈ ਗੁਰਬਾਣੀ 'ਚ, ਉਹ ਇੱਥੇ ਉਹਦਾ ਮਤਲਬ ਇਹੀ ਹੈ ਬਈ ਵੇਦ ਵੀ ਜਿਹੜੇ ਇੱਕ ਫਿਰਕੇ ਦੇ ਧਾਰਮਿਕ ਗ੍ਰੰਥ ਹੈ, ਓਂਕਾਰ ਤੋਂ ਹੀ ਬਣੇ। ਸਭ ਕੁਛ ਓਂਕਾਰ ਤੋਂ ਪੈਦਾ ਹੁੰਦਾ ਹੈ ਔਰ ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਓਂਕਾਰ ਸ਼ਬਦ ਉਧਰੇ, ਪਰਮਾਤਮਾ ਦੀ ਕਿਰਪਾ ਦੇ ਨਾਲ ਸ਼ਬਦ ਦੇ ਨਾਲ ਜੁੜ ਕੇ ਉਧਾਰ ਹੁੰਦਾ ਹੈ। ਓਂਕਾਰ ਗੁਰਮੁਖ ਧਰੇ, ਪਰਮਾਤਮਾ ਤੋਂ ਹੀ ਜਿੰਨੇ ਗੁਰਮੁਖ ਹੈ ਉਹਨਾਂ ਦਾ ਪਾਰ ਉਤਾਰਾ ਹੁੰਦਾ ਹੈ। ਓਨਮ ਅੱਖਰ ਸੁਣੋ ਵਿਚਾਰ, ਇਹ ਜਿਹੜਾ ਓਨਮ ਅੱਖਰ ਹੈ ਇਹਦੀ ਵਿਚਾਰ ਸੁਣੋ ਭਾਈ। ਓਨਮ ਅੱਖਰ ਤਿਰਭਵਨ ਸਾਰ, ਤਿੰਨਾਂ ਭਵਨਾਂ ਦਾ ਜਿਹੜਾ ਨਿਚੋੜ ਹੈ, ਸਾਰ ਹੈ, ਉਹ ਇਹੀ ਓਨਮ ਅੱਖਰ ਹੈ।
ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਉਹ ਪੰਡੇ ਕਿਆ ਆਲ ਜੰਜਾਲ ਲਿਖ ਰਹੇ ਹੈ। ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਆ ਬਾਤ ਲਿਖ, ਰਾਮ ਦਾ ਨਾਮ ਲਿਖ, ਗੋਪਾਲ ਦਾ ਨਾਮ ਲਿਖ, ਔਰ ਗੁਰਮੁਖ ਜਿਸ ਤੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਉਹਨੂੰ ਜਾਣ, ਉਹ ਲਿਖ ਰਹਾਓ। ਸੱਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ। ਸੱਸੇ ਦੇ ਨਾਲ ਸ਼ੁਰੂ ਕਰਕੇ ਗੁਰੂ ਪਾਤਸ਼ਾਹ ਜੀ ਉਹ ਫਰਮਾ ਰਹੇ ਹੈ ਵੀ ਸਭ ਜਗ ਸਹਿਜ ਦੇ ਵਿੱਚ ਪੈਦਾ ਕਰਿਆ ਉਹਨੇ ਆਪਣੇ ਆਪ ਨੂੰ, ਔਰ ਤਿੰਨਾਂ ਭਵਨਾਂ ਦੇ ਵਿੱਚ ਉਸੇ ਦੀ ਜੋਤ ਹੈ, ਉਸ ਤੋਂ ਬਾਹਰ ਕੁਛ ਨਹੀਂ ਹੈ। ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਨਕ ਮੋਤੀ। ਇਹ ਜਿਹੜੀ ਵਸਤੂ ਹੈ ਪਰਮਾਤਮਾ ਵਾਲੀ ਕੀਮਤੀ ਬੇਸ਼ਕੀਮਤੀ, ਇਹ ਗੁਰਮੁਖਾਂ ਤੋਂ ਪ੍ਰਾਪਤ ਹੁੰਦੀ ਹੈ, ਸੰਤਾਂ ਤੋਂ ਪ੍ਰਾਪਤ ਹੁੰਦੀ ਹੈ, ਅਤੇ ਇਹੀ ਮਾਨਕ ਮੋਤੀ ਹੈ। ਬਾਕੀ ਸਭ ਦੁਨੀਆ ਦਾ ਜੋ ਕੁਛ ਵੀ ਦਿਖ ਰਿਹਾ ਉਹ ਹੇਚ ਹੈ ਪਦਾਰਥ। ਸਮਝੈ ਸੂਝੈ ਪੜ੍ਹ ਪੜ੍ਹ ਬੂਝੈ, ਅੰਤ ਨਿਰੰਤਰ ਸੱਚ ਆ। ਸਮਝਦਾ ਹੈ, ਸੁਝਦਾ ਹੈ, ਪੜ੍ਹਦਾ ਹੈ, ਬੁੱਝਦਾ ਹੈ, ਅੰਦਰ ਵੀ ਉਹੀ ਨਿਰੰਤਰ ਸੱਚਾ ਹੈ। ਜਾਂ ਇਹਨੂੰ ਐਂ ਵੀ ਕਹਿ ਸਕਦੇ ਵੀ ਅੰਤ ਨੂੰ ਫੇਰ ਉਹੀ ਸੱਚਾ ਹੈ। ਗੁਰਮੁਖ ਦੇਖੈ ਸਾਚ ਸੰਭਾਲੇ, ਬਿਨ ਸਾਚੇ ਜਗ ਕਾਚਾ। ਗੁਰੂ ਦੇ ਰਾਹੀਂ ਪਰਮਾਤਮਾ ਨੂੰ ਦੇਖੋ, ਸੱਚ ਨੂੰ ਸੰਭਾਲੋ। ਸੱਚ ਤੋਂ ਬਿਨਾਂ ਸਾਰਾ ਜਗਤ ਕੱਚਾ ਹੈ, ਖਾਮ ਹੈ। ਤੱਦੈ ਧਰਮ ਧਰੇ ਧਰਮਾਪੁਰ। ਧਰਮਾਪੁਰ ਮੀਨਸ ਸੰਗਤ, ਸਤ ਸੰਗਤ। ਧੱਦੇ ਦੀ ਵਿਚਾਰ ਸ਼ੁਰੂ ਕਰਦੇ ਹੋਏ ਫਰਮਾ ਰਹੇ ਹੈ ਸੰਗਤ ਦੇ ਵਿੱਚ ਧਰਮ ਰੱਖਿਆ ਹੋਇਆ। ਗੁਣਕਾਰੀ ਮਨ ਧੀਰਾ, ਇਹ ਬਹੁਤ ਗੁਣਾਂ ਵਾਲੀ ਹੈ ਜਿਹੜੀ ਸੰਗਤ ਹੈ। ਇੱਥੋਂ ਮਨ ਦੇ ਵਿੱਚ ਧੀਰਜ ਬਣਦਾ ਹੈ, ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਧੱਦੈ ਧੂਲ ਪੜੈ ਮੁਖ ਮਸਤਕ, ਕੰਚਨ ਭਏ ਮਨੂਰਾ। ਜੇ ਕਿਸੇ ਗੁਰਮੁਖ ਦੀ ਧੂੜ ਸਾਡੇ ਮਸਤਕ 'ਤੇ ਪੈ ਜੇ ਤਾਂ ਜਿਹੜਾ ਮਨੂਰ ਹੈ ਉਹ ਵੀ ਕੰਚਨ ਯਾਨੀ ਸੋਨਾ ਹੋ ਜਾਂਦਾ। ਮਨੂਰ ਹੁੰਦਾ ਸੜਿਆ ਹੋਇਆ, ਸੜੀ ਹੋਈ ਜਿਹੜੀ ਇੱਟ ਹੁੰਦੀ ਹੈ ਭੱਠੇ 'ਚ, ਉਹਨੂੰ ਮਨੂਰ ਕਹਿ ਦਿੰਦੇ। ਉਹ ਕਰੜੀ ਵੀ ਹੁੰਦੀ ਹੈ ਅਤੇ ਬੇਢਵੀ ਵੀ ਹੁੰਦੀ ਹੈ, ਪੱਕੀ ਵੀ ਬਹੁਤ ਹੁੰਦੀ ਹੈ, ਜ਼ਿਆਦਾ ਸੇਕ ਲੱਗਿਆ ਵਾ ਹੁੰਦਾ ਉਹਨੂੰ। ਸੋ ਇਹੋ ਜਿਹੇ ਜਿਹੜੇ ਮਨੂਰ ਰੂਪੀ ਮਨੁੱਖ ਹੈ ਉਹ ਵੀ ਸੋਨੇ ਵਰਗੇ, ਗੁਰਮੁਖਾਂ ਵਰਗੇ ਬਣ ਜਾਂਦੇ ਜੇ ਮੁੱਖ ਮਸਤਕ ਧੂੜ ਪੈ ਜੇ ਸੰਤਾਂ ਦੀ। ਧਨ ਧਰਨੀ ਧਰ ਆਪ ਅਜੋਨੀ, ਤੋਲ ਬੋਲ ਸੱਚ ਪੂਰਾ। ਉਹ ਧਰਨੀ ਧਰ ਦੁਨੀਆ ਦਾ ਜਿਹੜਾ ਦੁਨੀਆ ਨੂੰ ਸਾਰਾ ਦੇਣ ਵਾਲਾ ਪਰਮਾਤਮਾ ਹੈ, ਉਹ ਧਨ ਹੈ, ਉਹ ਅਜੋਨੀ ਹੈ, ਉਹ ਆਪਣੇ ਤੋਲ ਵਿੱਚ ਔਰ ਬੋਲ ਵਿੱਚ ਹਮੇਸ਼ਾ ਹੀ ਪੂਰਾ ਹੈ, ਸੱਚਾ ਹੈ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਪਰਮਾਤਮਾ ਕਰਤਾ ਆਪਣੀ ਮਿੱਤ ਨੂੰ ਆਪ ਜਾਣਦਾ, ਆਪਣੀ ਜਿਹੜੀ ਉਹਦੀ ਸੱਤਾ ਹੈ ਉਹਨੂੰ ਆਪ ਜਾਣਦਾ। ਜਾਂ ਗੁਰੂ ਸੂਰਮਾ ਜਾਣਦਾ ਹੈ। ਕਹਿ ਦਾ ਮਤਲਬ ਹੈ ਜਾਂ। ਇਹਦਾ ਇਤਿਹਾਸਕ ਪਿਛੋਕੜ ਵੀ ਹੈ ਇਸ ਮਹਾਂਵਾਕ ਦਾ। ਇੱਕ ਵਾਰ ਦਸ਼ਮੇਸ਼ ਜੀ ਦੇ ਦਰਬਾਰ ਦੇ ਵਿੱਚ ਇੱਕ ਸਿੰਘ ਗੁਟਕਾ ਪਕੜ ਕੇ ਇਹ ਪਾਠ ਕਰ ਰਿਹਾ ਸੀ, ਬੋਲ ਰਿਹਾ ਸੀ, ਕਰਤੇ ਕੀ ਮਿਤ ਕਰਤਾ ਜਾਣੈ, ਕੇ ਜਾਣੈ ਗੁਰਸੂਰਾ। ਹੁਣ ਕੇ ਜਾਣੈ ਜਾਂ ਕਹਿ ਜਾਣੈ, ਦੋਹਾਂ ਦੇ ਵਿੱਚ ਕਿੰਨਾ ਅੰਤਰ ਹੈ। ਕੇ ਜਾਣੇ ਦਾ ਮਤਲਬ ਵੀ ਗੁਰੂ ਸੂਰਮੇ ਨੂੰ ਕਿਆ ਪਤਾ। ਕਹਿ ਦਾ ਮਤਲਬ ਹੈ ਜਾਂ, ਵੀ ਜਾਂ ਗੁਰੂ ਸੂਰਮਾ ਜਾਣਦਾ ਜਾਂ ਪਰਮਾਤਮਾ ਆਪ ਜਾਣਦਾ। ਇਹ ਦੋਹਾਂ ਨੂੰ ਬਰਾਬਰ ਮੰਨਿਆ ਗੁਰਬਾਣੀ ਨੇ। ਤੋ ਗੁਰੂ ਸਾਹਿਬ ਦੇ ਸਰਵਣਾਂ 'ਚ ਪਈ ਇਹ ਬਾਤ। ਉਹਨਾਂ ਨੇ ਇੱਕ ਸਿੱਖ ਨੂੰ ਕਿਹਾ ਵੀ ਇਹਦੇ ਜਾ ਕੇ ਲਗਾ ਇਹਦੇ ਮੂੰਹ 'ਤੇ ਥੱਪੜ। ਹੁਣ ਗੁਟਕਾ ਪੜ੍ਹਦੇ ਨੂੰ ਥੱਪੜ ਪਏ, ਸਿੱਖ ਇੱਕਦਮ ਅਚਨਚੇਤ ਚੌਂਕ ਗਿਆ। ਆਇਆ ਗੁਰੂ ਜੀ ਕੋਲ ਸ਼ਿਕਾਇਤ ਲੈ ਗਏ ਵੀ ਦੇਖੋ ਜੀ ਤੁਸੀਂ ਕਹਿੰਦੇ ਬਾਣੀ ਤਾਰ ਦਿੰਦੀ ਹੈ, ਮੇਰੇ ਬਾਣੀ ਪੜ੍ਹਦੇ ਥੱਪੜ ਪਏ। ਕਹਿੰਦੇ ਭਾਈ ਕਿਆ ਪੜ੍ਹਦੇ ਸੀ ਤੁਸੀਂ ਸੁਣਾਓ। ਉਹਦੇ ਮੂੰਹ ਚੜ੍ਹਿਆ ਵਾ ਸੀ ਕੇ ਜਾਣੇ ਗੁਰਸੂਰਾ। ਕਹਿੰਦੇ ਭਾਈ ਕੈ ਵੱਜੇ ਆ, ਕਹਿੰਦੇ ਜੀ ਇੱਕ ਮਾਰਿਆ। ਕਹਿੰਦੇ ਤੇਰੇ ਤਾਂ ਕਈ ਵੱਜਣੇ ਚਾਹੀਦੇ ਸੀ। ਕਹਿੰਦੇ ਜੀ ਕਿਉਂ, ਗੁਰਬਾਣੀ ਪੜ੍ਹਦਿਆਂ ਦੇ ਵੀ ਥੱਪੜ ਮਾਰੀ ਦੇ। ਕਹਿੰਦੇ ਗੁਰਬਾਣੀ ਪੜ੍ਹਦਿਆਂ ਦੇ ਨਹੀਂ ਮਾਰੀ ਦੇ, ਗੁਰਬਾਣੀ ਗਲਤ ਪੜ੍ਹਦਿਆਂ ਤੇ ਮਾਰੀ ਦੇ। ਤੈ ਤਾਂ ਆਸ਼ਾ ਹੀ ਬਦਲ ਦਿੱਤਾ ਗੁਰਬਾਣੀ ਦਾ ਵੀ ਗੁਰੂ ਸੂਰਮੇ ਨੂੰ ਕਿਆ ਪਤਾ ਕੇ ਜਾਣੇ। ਇਹ ਹੈ ਕਹਿ ਜਾਣੇ। ਬੋਲ ਦੇਖ ਵੀ ਦਲਾਈਆਂ ਲੱਗੀਆਂ, ਕਹਿੰਦਾ ਜੀ ਹਾਂ ਲੱਗੀਆਂ, ਫਿਰ ਆਪਣੇ ਆਪ ਨੂੰ ਸਹੀ ਕਰ। ਸੋ ਗੁਰਬਾਣੀ ਦੀ ਜਿਹੜੀਆਂ ਲਗਾ ਮਾਤਰਾ ਹੈ ਵਿਆਕਰਨਕ ਤੌਰ ਪਰ, ਉਹਨਾਂ ਦੇ ਭਾਵ ਹੈ, ਉਹਨਾਂ ਨੂੰ ਸਹੀ ਪੜ੍ਹਨਾ ਹੈ,
ਕੋਸ਼ਿਸ਼ ਕਰਨੀ ਹੈ। ਵੈਸੇ ਬੰਦਾ ਪੂਰਾ ਸਹੀ ਤਾਂ ਪੜ੍ਹ ਨਹੀਂ ਸਕਦਾ, ਨਾ ਜਾਣ ਸਕਦਾ, ਕਿਉਂਕਿ ਬੰਦਾ ਹਮੇਸ਼ਾ ਹੀ ਅਧੂਰਾ ਹੈ, ਬੰਦਾ ਅਲਪੱਗ ਹੈ। ਪਰ ਕੋਸ਼ਿਸ਼ ਤਾਂ ਕਰਨੀ ਬਣਦੀ ਹੈ ਨਾ। ਜੇ ਸੰਗਤ ਵੀ ਜਾਊਗਾ, ਸੰਗਤ ਵਿੱਚੋਂ ਇਹ ਚੀਜ਼ਾਂ ਮਿਲ ਜਾਂਦੀਆਂ। ਕੋਈ ਵੀ ਚੀਜ਼ ਪੁੱਛ ਲਓ ਸੰਗਤ ਵਿੱਚ, ਸਭ ਕੁਝ ਪ੍ਰਾਪਤ ਹੁੰਦਾ। ਸੰਗਤ ਵਿੱਚ ਗੁਰਮੁਖ ਵੀ ਬੈਠੇ ਹੁੰਦੇ। ਕੋਈ ਵਿਚਾਰ ਲੈ ਲਓ, ਸੰਗਤ ਵਿੱਚ ਸਾਰਾ ਕੁਝ ਰਿੜਕ ਹੋ ਰਿਹਾ ਹੁੰਦਾ। ਤੋ ਪਾਂਡੇ ਨੂੰ ਸਮਝਾ ਰਹੇ ਆ ਵੀ ਆ ਤੂੰ ਕਿਆ ਲਿਖੀ ਜਾਂਦਾ ਹੈ, ਆਲ ਜੰਜਾਲ ਜਿਹੜਾ ਕੁਝ ਉਹ ਲਿਖਦਾ ਹੁੰਦਾ, ਵੀ ਤੂੰ ਰਾਮ ਦਾ ਨਾਮ ਲਿਖ। ਜਿਹੜੀ ਅਸਲੀ ਤੱਤ ਹੈ ਜਿਹੜਾ ਦੁਨੀਆ ਦਾ, ਉਹ ਲਿਖ, ਹੋਰ ਸਭ ਕੁਝ ਛੱਡ ਦੇ। ਉਹਨੂੰ ਸਮਝਾ ਰਹੇ ਸੱਸੇ ਦੇ ਰਾਹੀਂ, ਧੱਦੇ ਦੇ ਰਾਹੀਂ। ਹੁਣ ਪੰਡਤ ਹੈ ਜਿਹੜਾ, ਉਹ ਤ੍ਰੈ ਗੁਣਾਂ ਦੇ ਵਿੱਚ ਆਪਣੇ ਆਪ ਵਿੱਚ ਤਾਂ ਉਹ ਸਹੀ ਹੈ, ਪਰ ਸਹੀ ਹੈ ਹੀ ਨਹੀਂ ਉਹ, ਕਿਉਂਕਿ ਉਹ ਤੀਜੇ ਗੁਣ ਨੂੰ ਲਿਖ ਰਿਹਾ ਹੈ, ਚੌਥੇ ਨੂੰ ਜਾਣਦਾ ਨਹੀਂ ਹੈ। ਚੌਥਾ ਗੁਣ ਪਰਮਾਤਮਾ ਹੈ, ਜਾਂ ਉਹਦੇ ਵਰਗੇ ਜਿਹੜੇ ਮਹਾਂਪੁਰਸ਼ ਹੈ। ਹੁਣ ਉਹ ਪੰਡਤ ਤਾਂ ਕਹਿ ਰਿਹਾ ਸੀ, ਹੁਣ ਵੀ ਉਹਨਾਂ ਦੀ ਇਹ ਸੋਚ ਹੈ ਬਈ ਬਰਮਾ ਜੀ ਨੇ ਦੁਨੀਆ ਬਣਾਈ ਹੈ, ਤਿੰਨ ਚੇਲੇ ਹੈ ਸੰਸਾਰ ਵਿੱਚ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਗੁਰੂ ਸਾਹਿਬ ਫਰਮਾਉਂਦੇ ਵੀ ਨਹੀਂ ਭਾਈ, ਇਹ ਵੀ ਉਹਦੇ ਹੁਕਮ ਵਿੱਚ ਹੈ, ਉਹੀ ਕਰ ਰਿਹਾ, ਉਹੀ ਕਾਰ ਚਲਵਾ ਰਿਹਾ ਇਹਨਾਂ ਤੋਂ। ਕੋਟ ਬਰਮੇ ਜੱਗ ਸਾਜਣ ਲਾਏ, ਕਿਹੜੇ ਇੱਕ ਬਰਮੇ ਦੀ ਗੱਲ ਕਰਦੇ ਹੋ? ਇੱਥੇ ਤਾਂ ਕਰੋੜਾਂ ਹੀ ਬਰਮੇ ਹੈ, ਕਰੋੜਾਂ ਹੀ ਸ਼ਿਵ ਜੀ ਹੈ, ਕਰੋੜਾਂ ਹੀ ਧਰਮਰਾਜ ਹੈ, ਲੱਖਾਂ ਹੀ ਵੇਦ ਹੈ। ਕੋਈ ਇਹ ਚਾਰ ਵੇਦਾਂ ਦੀ ਗੱਲ ਨਹੀਂ ਹੈ। ਸੋ ਜਦ ਵੀ ਵੇਦ ਸ਼ਬਦ ਗੁਰਬਾਣੀ 'ਚ ਆਉਂਦਾ, ਇਹਦਾ ਬਹੁਤ ਡੂੰਘਾ ਮਹਾਤਮ ਹੁੰਦਾ। ਕਿਤੇ ਕਿਤੇ ਵੇਦ ਉਹਨਾਂ ਚਾਰ ਵੇਦਾਂ ਖਾਤਰ ਵੀ ਆਉਂਦਾ ਪ੍ਰਸੰਗ ਅਨੁਸਾਰ, ਕਿਤੇ ਕਿਤੇ ਵੇਦ ਗਿਆਨ ਖਾਤਰ ਵੀ ਆਉਂਦਾ, ਅਹਿਰਣ ਮਤ ਵੇਦ ਹਥਿਆਰ। ਔਰ ਕਿਤੇ ਕਿਤੇ ਵੇਦ ਸਮੁੱਚਾ ਜੋ ਗਿਆਨ ਹੈ ਦੁਨੀਆ ਦੇ ਵਿੱਚ, ਉਹਨਾਂ ਸਾਰਿਆਂ ਖਾਤਰ ਵੀ ਇਹ ਸ਼ਬਦ ਆ ਜਾਂਦਾ ਹੈ। ਇਸ ਕਰਕੇ ਪੰਡਿਤ ਨੂੰ ਸਮਝਾ ਰਹੇ ਵੀ ਤੂੰ ਆ ਤਿੰਨਾਂ ਗੁਣਾਂ ਵਾਲਾ ਜਿਹੜਾ ਜੰਜਾਲ ਹੈ, ਇਹ ਕਿਆ ਲਿਖ ਰਿਹਾ, ਇਹਨੂੰ ਛੱਡ। ਕਿਉਂਕਿ ਪੰਡਿਤ ਜਦ ਵੀ ਕੋਈ ਲਿਖਤ ਕਰਦਾ ਨਾ, ਉੱਪਰ ਉਹਦੇ ਉਸ ਤਰ੍ਹਾਂ ਲਿਖਦਾ ਹੁੰਦਾ ਓਨਮ ਅੱਖਰ, ਓਮ ਕਰਕੇ ਪਾਉਂਦਾ। ਗੁਰੂ ਸਾਹਿਬ ਨੇ ਫਰਮਾਇਆ ਵੀ ਓਮ ਨਹੀਂ ਭਾਈ, ਇੱਕ ਓਂਕਾਰ ਲਿਖਣਾ, ਜਿਸ ਤੋਂ ਸਾਰੀ ਸ੍ਰਿਸ਼ਟੀ ਸਾਜੀ ਗਈ ਹੈ, ਸਾਰੇ ਦੇਵਤੇ ਉਸੇ ਤੋਂ ਸਾਜੇ ਗਏ ਹੈ, ਸਾਰੇ ਅਵਤਾਰ ਵੀ ਉਸੇ ਨੇ ਸਾਜੇ ਹੈ, ਜਿੰਨੀ ਵੀ ਦੁਨੀਆ ਦੀ ਪੈਦਾਇਸ਼ ਹੈ ਸਭ ਉਸ ਤੋਂ ਹੁੰਦੀ ਹੈ। ਇਸ ਕਰਕੇ ਉਸੇ ਨੂੰ ਮੰਨਣਾ ਆਪਾਂ ਨੇ। ਤੋ ਪਰਮਾਤਮਾ ਦੀ ਵਡਿਆਈ ਹੈ ਸਮੁੱਚੀ ਬਾਣੀ ਦੇ ਵਿੱਚ, ਨਾ ਕਿ ਕਿਸੇ ਹੋਰ ਚੀਜ਼ ਦੀ ਵਡਿਆਈ ਹੈ। ਕੋਈ ਵਿਚਾਰ ਕਰਦਿਆਂ ਅਪਸ਼ਬਦ ਕੋਈ ਨਿਕਲ ਜਾਂਦਾ ਬਹੁਤ ਵਾਰੀ। ਸੰਗਤ ਬਖਸ਼ਣਹਾਰ ਹੈ, ਬੰਦਾ ਭੁੱਲਣਹਾਰ ਹੈ। ਬਖਸ਼ ਦਿਓ, ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਗਵਾਇਆ ਦੂਜਾ ਪਾਇਆ, ਗਰਭ ਗਲੇ ਬਿਖ ਖਾਇਆ। ਗੁਰ ਰਸ ਗੀਤ ਬਾਦ ਨਹੀਂ ਪਾਵੈ, ਸੁਣੀਐ ਗਹਿਰ ਗੰਭੀਰ ਗਵਾਇਆ। ਗੁਰ ਰਸ ਗੀਤ ਬਾਦ ਨਹੀਂ ਭਾਵੈ, ਭਾਵੈ ਸੁਣੀਐ ਗਹਿਰ ਗੰਭੀਰ ਗਵਾਇਆ। ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਮਨ ਤਨ ਸਾਚ ਸੁਖਾਇਆ। ਆਪੇ ਗੁਰਮੁਖ ਆਪੇ ਦੇਵੈ, ਆਪੇ ਅੰਮ੍ਰਿਤ ਪਿਆਇਆ। ਏਕੋ ਏਕ ਕਹਿ ਸਭ ਕੋਈ, ਹਉਮੈ ਗਰਭ ਵਿਆਪੈ। ਅੰਤਰ ਬਾਹਰ ਏਕ ਪਛਾਣੈ, ਇਉ ਘਰ ਮਹਿਲ ਸਜਾਪੈ। ਪ੍ਰਭ ਨੇੜੇ ਹਰ ਦੂਰ ਨ ਜਾਣੋ, ਏਕੋ ਸ੍ਰਿਸ਼ਟ ਸਭਾਈ। ਏਕ ਓੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਏਕੋ ਸ੍ਰਿਸ਼ਟ ਸਵਾਈ, ਪ੍ਰਭ ਨੇੜੇ ਹਰ ਦੂਰ ਨ ਜਾਣੋ। ਏਕੋ ਸ੍ਰਿਸ਼ਟ ਸਭਾਈ, ਏਕ ਓੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਅਤੇ ਗੁਰਬਾਣੀ ਵਿਚਾਰ ਦੇ ਵਿਦਵਾਨ ਗੁਰਮੁਖ ਸੱਜਣੋ, ਗਿਆਨ ਗਵਾਇਆ ਦੂਜਾ ਪਾਇਆ। ਦੂਜੇ ਭਾਅ ਦੇ ਵਿੱਚ, ਡਿਊਐਲਿਟੀ ਦੇ ਵਿੱਚ ਗਿਆਨ ਗਵਾ ਲਿਆ। ਇਕੱਠਾ ਬਹੁਤ ਕਰ ਲਿਆ ਗਿਆਨ ਦੂਜੇ ਭਾਅ 'ਚ, ਲੇਕਿਨ ਗੁਰਬਾਣੀ ਅਨੁਸਾਰ ਉਹ ਸਭ ਕੁਛ ਗਵਾ ਲਿਆ। ਕਿਉਂਕਿ ਗਿਆਨ ਲੈਣਾ ਸੀ ਇੱਕ ਦਾ, ਲੈ ਕੇ ਬੈਠ ਗਏ ਡੁਐਲਿਟੀ ਦਾ, ਦੂਜੇ ਦਾ, ਤੋ ਗਵਾ ਹੋ ਗਿਆ ਸਭ ਕੁਛ। ਗਰਭ ਗਲੇ ਬਿਖ ਖਾਇਆ।
ਕਿਉਂਕਿ ਦੂਜਾ ਭਾਉ ਗਰਭ ਦੇ ਨਾਲ ਤਾਲੁਕ ਰੱਖਦਾ ਹੈ, ਹਉਮੈ ਦੇ ਨਾਲ ਤਾਲੁਕ ਰੱਖਦਾ ਹੈ, ਅਤੇ ਏਕਾ ਭਾਉ ਹਉਮੈ ਰਹਿਤ ਹੋਣ ਦੀ ਨਿਸ਼ਾਨੀ ਹੁੰਦੀ ਹੈ। ਤੋ ਗਰਭ ਦੇ ਵਿੱਚ ਸਭ ਕੁਛ ਗਲ ਜਾਂਦਾ ਹੈ ਔਰ ਬੰਦਾ ਬਿਖ ਖਾਂਦਾ ਹੈ, ਇਸੇ ਕਰਕੇ ਗਿਆਨ ਗੁਆ ਹੋ ਜਾਂਦਾ। ਗੁਰ ਰਸ ਗੀਤ ਬਾਦ ਨਹੀਂ ਭਾਵੈ, ਭਾਵੈ ਸੁਣੀਐ। ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ, ਗਹਿਰ ਗੰਭੀਰ ਗਵਾਇਆ। ਗੁਰੂ ਦਾ ਜਿਹੜਾ ਰਸ ਹੈ, ਉਹਦੇ ਜਿਹੜੇ ਗੀਤ ਹੈ, ਉਹਦਾ ਜਿਹੜਾ ਆਨੰਦ ਹੈ, ਉਹ ਬਾਦ ਉਹਨੂੰ ਪਾਉਂਦਾ ਨਹੀਂ ਫਿਰ ਹੈ। ਗੁਰੂ ਦੇ ਰਸ ਵਿੱਚ ਬਾਦ ਨਹੀਂ ਪਾਉਂਦਾ, ਬਾਦ ਵਿਵਾਦ ਦੂਜਾ ਭਾਉ ਨਾ ਬੰਦਾ ਉਹਨੂੰ ਭਾਉਂਦਾ ਹੈ, ਬੰਦੇ ਨੂੰ ਉਹ ਭਾਉਂਦਾ ਨਾ ਉਹਨੂੰ ਸੁਣਦਾ ਹੈ। ਗਹਿਰ ਗੰਭੀਰ ਗਵਾਇਆ। ਅਸੀਂ ਦੂਜੇ ਭਾਉ ਦੇ ਵਿੱਚ ਗਹਿਰ ਗੰਭੀਰ ਨੂੰ ਗਵਾ ਲੈਂਦੇ ਹਾਂ, ਗੁਰੂ ਦਾ ਰਸ ਚੰਗਾ ਨਹੀਂ ਲੱਗਦਾ। ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਮਨ ਤਨ ਸਾਜ ਸੁਖਾਇਆ। ਗੁਰੂ ਨੇ ਸੱਚ ਕਿਹਾ ਹੈ। ਗੁਰ ਗੱਗੇ ਨੂੰ ਔਂਕੜ ਰਾਰੇ ਨੂੰ ਸਿਹਾਰੀ ਹੈ, ਇਹਦਾ ਮਤਲਬ ਹੈ ਗੁਰੂ ਨੇ ਸੱਚ ਕਹਿਆ, ਅੰਮ੍ਰਿਤ ਲਹਿਆ, ਅੰਮ੍ਰਿਤ ਦੀ ਪ੍ਰਾਪਤੀ ਹੋਈ। ਮਨ ਤਨ ਸਾਚ ਸੁਖਾਇਆ, ਮਨ ਤਨ ਨੂੰ ਸੱਚ ਸੁਖਾਉਂਦਾ, ਫਿਰ ਵਧੀਆ ਲੱਗਦਾ। ਆਪੇ ਗੁਰਮੁਖ ਆਪੇ ਦੇਵੈ, ਆਪੇ ਅੰਮ੍ਰਿਤ ਪਿਆਇਆ। ਉਹ ਪਰਮਾਤਮਾ ਆਪੇ ਗੁਰਮੁਖ ਵਿੱਚ ਹੈ, ਆਪੇ ਅੰਮ੍ਰਿਤ ਦੀ ਦਾਤ ਬਖਸ਼ਦਾ ਹੈ, ਪਿਆਉਂਦਾ ਹੈ। ਸਭ ਕੁਛ ਉਹ ਆਪੇ ਮਾਛਲੀ ਆਪੇ ਪਾਣੀ ਜਾਲ, ਸਭ ਕੁਛ ਉਹ ਆਪੇ ਹੈ। ਫੁੱਲ ਵੀ ਆਪ ਹੈ, ਕੰਡਾ ਵੀ ਆਪ ਹੈ। ਏਕੋ ਏਕ ਕਹਿ ਸਭ ਕੋਈ, ਹਉਮੈ ਗਰਭ ਵਿਆਪੈ। ਸਾਰੀ ਸ੍ਰਿਸ਼ਟੀ ਦੁਨੀਆ ਕਹਿੰਦੀ ਹੈ ਰੱਬ ਇੱਕ ਹੈ, ਰੱਬ ਇੱਕ ਹੈ, ਲੇਕਿਨ ਮੰਨਣ ਵਿੱਚ ਹੈ ਨਹੀਂ, ਮੰਨਣ 'ਚ ਡੁਐਲਿਟੀ ਹੈ। ਕਿਉਂਕਿ ਹਉਮੈ ਔਰ ਗਰਭ ਹੈ ਜਿਹੜਾ, ਉਹ ਅੰਦਰ ਬੈਠਾ ਹੈ। ਜਿੰਨਾ ਚਿਰ ਗੁਰੂ ਗਰਭ ਨਹੀਂ ਦੂਰ ਕਰਦਾ, ਅਸੀਂ ਦੂਜੇ 'ਚੋਂ ਏਕੇ 'ਚ ਨਹੀਂ ਆ ਸਕਦੇ। ਇਹ ਸ੍ਰਿਸ਼ਟੀ ਨੂੰ ਰੋਗ ਹੈ। ਕਹਿਣਗੇ ਮੂੰਹ 'ਤੇ ਵੀ ਰੱਬ ਇੱਕੋ ਹੀ ਹੈ, ਮੰਨਣਗੇ ਸਾਰਿਆਂ ਨੂੰ, ਕਿਉਂਕਿ ਹਉਮੈ ਅੰਦਰ ਬੈਠੀ ਹੈ। ਅੰਤਰ ਬਾਹਰ ਏਕ ਪਛਾਣੈ, ਕਿਉਂ ਘਰ ਮਹਿਲ ਸਜਾਪੈ। ਜੇ ਬੰਦਾ ਅੰਦਰ ਔਰ ਬਾਹਰ ਇੱਕ ਨੂੰ ਪਛਾਣ ਲਵੇ, ਆਪਣੇ ਹਿਰਦੇ 'ਚ ਵੀ ਅਤੇ ਦੁਨੀਆ ਵਿੱਚ ਵੀ, ਫਿਰ ਉਹ ਗੁਰੂ ਪਰਮਾਤਮਾ ਦਾ ਜਿਹੜਾ ਘਰ ਮਹਿਲ ਹੈ ਉਹਨੂੰ ਸਿਆਣ ਸਕਦਾ। ਪਰਮਾਤਮਾ ਕਿਉਂਕਿ ਅੰਦਰ ਹੀ ਬੈਠਾ ਹੈ। ਕਾਇਆ ਮੰਦਰ ਮਹਿਲ ਘਰ ਹਰ ਕਾ, ਤਿਸਮੈ ਰਾਖੀ ਜੋਤ ਅਪਾਰ। ਇਹ ਜਿਹੜਾ ਸਰੀਰ ਹੈ, ਇਹ ਮੰਦਰ ਵੀ ਹੈ, ਘਰ ਵੀ ਹੈ ਅਤੇ ਮਹਿਲ ਵੀ ਹੈ। ਇਹਨਾਂ ਤਿੰਨਾਂ 'ਚ ਥੋੜ੍ਹਾ ਥੋੜ੍ਹਾ ਅੰਤਰ ਹੈ। ਆਪ ਜੀ ਸਭ ਜਾਣੂ ਹੈ। ਘਰ ਹੁੰਦਾ ਆਪਣਾ ਨਿੱਜੀ, ਜਿਵੇਂ, ਅਤੇ ਮੰਦਰ ਹੁੰਦਾ ਜਿਹਦੇ 'ਚ ਦੇਵਤਾ ਦੇਵੀ ਵਗੈਰਾ ਹੁੰਦੀ ਹੈ, ਜਾਂ ਪਰਮਾਤਮਾ ਹੁੰਦਾ। ਮਹਿਲ ਹੁੰਦਾ ਜਿੱਥੇ ਰਾਜਾ ਬੈਠਦਾ ਹੈ, ਕਿਉਂਕਿ ਪਰਮਾਤਮਾ ਸੰਸਾਰ ਦਾ ਰਾਜਾ ਹੈ, ਮਹਾਰਾਜਾ ਹੈ, ਚੱਕਰਵਰਤੀ ਰਾਜਾ ਹੈ। ਇਸ ਕਰਕੇ ਇਹ ਤਿੰਨੇ ਚੀਜ਼ਾਂ ਪਰਮਾਤਮਾ ਦੀਆਂ ਆਪਣੇ ਹਿਰਦੇ ਦੇ ਵਿੱਚ ਹੀ ਹੈ। ਪ੍ਰਭ ਨੇੜੇ ਹਰ ਦੂਰ ਨਾ ਜਾਣੋ, ਏਕੋ ਸਿਸ਼ਟ ਸਬਾਈ। ਪਰਮਾਤਮਾ ਨੇੜੇ ਹੈ, ਕਹੋ ਰਵਿਦਾਸ ਹਾਥ ਪੈ ਨੇੜੇ। ਹੱਥ ਤੋਂ ਵੀ ਨੇੜੇ ਹੈ ਪਰਮਾਤਮਾ, ਪਰ ਬੰਦਾ ਉਹਨੂੰ ਦੂਰ ਸਮਝਦਾ। ਬੰਦਾ ਤੀਰਥਾਂ 'ਤੇ ਭਟਕਦਾ ਹੈ, ਤੀਰਥ ਅੰਦਰ ਨਹੀਂ ਫਿਰਦਾ। ਦੇਖੋ ਵਿਡੰਬਣਾ ਬੰਦੇ ਦੀ। ਤੋ ਗੁਰੂ ਜੀ ਫਰਮਾਉਂਦੇ ਹੈ, ਸ੍ਰੀ ਗੁਰੂ ਜੀ ਦਾ ਇੱਕ ਕਥਨ ਹੈ, ਪ੍ਰਭ ਨੇੜੇ ਹਰ ਦੂਰ ਨਾ ਜਾਣੋ। ਨਾ ਜਾਣੋ ਭਾਈ ਵੀ ਦੂਰ ਹੈ, ਅੰਦਰ ਹੀ ਹੈ। ਏਕੋ ਸ੍ਰਿਸ਼ਟ ਸਵਾਈ, ਸਾਰੀ ਸ੍ਰਿਸ਼ਟੀ ਵਿੱਚ ਇੱਕੋ ਸਮਾਇਆ ਹੋਇਆ। ਇਸੀ ਕਰਕੇ ਬਾਬਾ ਜੀ ਨਸਮਲਪੁਰ ਵਾਲੇ ਕਹਿੰਦੇ ਹੁੰਦੇ ਸੀ, ਫਰਮਾਉਂਦੇ ਸੀ, ਬਈ ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ। ਗੁਰਬਾਣੀ ਦਾ ਬਚਨ ਇਹ ਬੋਲਿਆ ਕਰਦੇ ਸੀ। ਔਰ ਹਜ਼ੂਰ ਸਾਹਿਬ ਹਜ਼ੂਰ ਉਹਨਾਂ ਦੀ ਪਹਿਲਾਂ ਵਿਸਾਖੀ ਦਾਸ ਨੇ ਸਾਂਝੀ ਕਰੀ ਹੋਈ ਹੈ ਸੰਗਤ ਦੇ ਨਾਲ। ਬਿਲਕੁਲ ਗੁਰਬਾਣੀ ਅਨੁਸਾਰ ਬਚਨ ਹੈ। ਇੱਥੋਂ ਇਹ ਨਹੀਂ ਸਮਝ ਲੈਣਾ ਵੀ ਕੋਈ ਤੀਰਥਾਂ ਦਾ ਜਾਂ ਗੁਰੂ ਧਾਮਾਂ ਦਾ ਖੰਡਨ ਕਰਦੇ ਸੀ। ਨਹੀਂ, ਉਹ ਤਾਂ ਖੁਦ ਵੀ ਜਾਂਦੇ ਸੀਗੇ, ਲੇਕਿਨ ਜਿਵੇਂ ਦੁਨੀਆ ਜਾਂਦੀ ਹੈ ਰੂਟੀਨ ਦੇ ਤੌਰ 'ਤੇ, ਮੰਨਣਾ ਕੁਛ ਨਹੀਂ। ਸੁੱਖਾਂ ਉੱਥੇ ਦੀਆਂ ਸੁੱਖ ਲੈਣੀਆਂ, ਉੱਥੇ ਕਿਸੇ ਹੋਰ ਗੁਰੂ ਨੂੰ ਮੰਨਣਾ, ਇੱਥੇ ਕੁਝ ਹੋਰ, ਉਹ ਠੀਕ ਨਹੀਂ। ਸਾਰੇ ਇੱਕੋ ਹੀ ਵਰਤ ਰਿਹਾ। ਹਜ਼ੂਰ ਸਾਹਿਬ ਵਾਲਾ ਪੰਜਾਬ ਵਿੱਚ ਵੀ ਹੈ, ਆਪਣੇ ਹਿਰਦਿਆਂ 'ਚ ਵੀ ਹੈ। ਗੱਲ ਦੇਖਣ ਦੀ ਔਰ ਆਪਣੀ ਨਜ਼ਰੀਏ ਦੀ ਹੈ। ਏਕ ਓਂਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਸਭ ਇੱਕੋ ਹੀ ਹੈ, ਦੂਜਾ ਹੈ ਹੀ ਨਹੀਂ ਅਸਲ 'ਚ ਕੋਈ। ਸਾਡੀ ਨਜ਼ਰ ਦੀ ਭ੍ਰਾਂਤੀ ਹੈ, ਡੁਐਲਿਟੀ ਕਰਕੇ ਸਾਨੂੰ ਦੂਜਾ ਨਜ਼ਰ ਆਉਂਦਾ ਹੈ ਅਸਲ 'ਚ ਇੱਕੋ ਹੀ ਹੈ। ਨਾਨਕ ਇੱਕ ਸਮਾਈ, ਸਭ ਦੇ ਵਿੱਚ ਇੱਕੋ ਹੀ ਸਮਾਇਆ ਹੋਇਆ। ਤੋ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੁੰਦੀ ਹੈ ਜਿਸ ਮਹਾਂਪੁਰਸ਼ 'ਤੇ,
ਉਹਨੂੰ ਇਹ ਚੀਜ਼ ਨਜ਼ਰ ਆਉਂਦੀ ਹੈ, ਉਹਦੀ ਡੁਐਲਿਟੀ ਹਟ ਜਾਂਦੀ ਹੈ, ਉਹਦਾ ਭਰਮ ਦੂਰ ਹੋ ਜਾਂਦਾ ਹੈ, ਉਹਨੂੰ ਏਕਾ ਨਜ਼ਰ ਆਉਂਦਾ ਆਪਣੇ ਹਿਰਦੇ 'ਚ ਵੀ ਅਤੇ ਬਾਹਰ ਸਾਰੀ ਸ੍ਰਿਸ਼ਟੀ ਵਿੱਚ ਵੀ। ਫਿਰ ਉਹ ਕਿਸੇ ਦੇਵੀ ਦੇਵਤੇ ਨੂੰ ਐ ਸੱਚ ਨਹੀਂ ਪੂਜਦਾ, ਸਤਿਕਾਰ ਕਰਦਾ ਹੈ ਪਰ ਪੂਜਦਾ ਨਹੀਂ ਹੈ, ਪੂਜਦਾ ਕੇਵਲ ਇੱਕ ਨੂੰ। ਇਹੀ ਵਨਨੈਸ ਹੈ, ਇਹੀ ਮੋਨਿਜ਼ਮ ਹੈ। ਡਿਊਰੈਲਿਟੀ ਦੇ ਵਿੱਚ ਬੰਦਾ ਹਰ ਇੱਕ ਨੂੰ ਪੂਜੀ ਜਾਂਦਾ ਹੈ, ਔਰ ਇਹੀ ਅੰਤਰ ਹੈ ਡਿਵਾਈਨ ਪਰਸਨ ਔਰ ਸਪਿਰਿਚੁਅਲ ਪਰਸਨ ਦਾ, ਜਿਹਨੂੰ ਅਸੀਂ ਲਗਭਗ ਇੱਕੋ ਹੀ ਬਣਾਈ ਬੈਠੇ ਹਾਂ। ਸਪਿਰਿਚੁਅਲ ਬੰਦਾ ਬਹੁਤ ਉੱਚਾ ਹੁੰਦਾ ਦੁਨੀਆ ਨਾਲੋਂ, ਪਰ ਉਹ ਸਾਰਿਆਂ ਨੂੰ ਮੰਨੀ ਜਾਂਦਾ। ਡਿਵਾਈਨ ਦਾ ਇਹ ਖਾਸਾ ਹੁੰਦਾ ਹੈ ਵੀ ਉਹ ਉੱਚਾ ਤਾਂ ਸਭ ਤੋਂ ਹੁੰਦਾ ਹੀ ਹੈ, ਉਹ ਇੱਕ ਨੂੰ ਮੰਨਦਾ, ਦੂਜੇ ਦੀ ਗੱਲੇ ਨਹੀਂ ਕਰਦਾ, ਦੂਜੇ ਦਾ ਨਾ ਅੱਖ ਰੱਖਦਾ ਨਾ ਕੰਨ ਧਰਦਾ, ਉਹਨੂੰ ਇੱਕੋ ਹੀ ਨਜ਼ਰ ਆਉਂਦਾ। ਇਸ ਕਰਕੇ ਇਹ ਜਿਹੜਾ ਨਜ਼ਰੀਆ ਹੈ ਇਹ ਗੁਰਬਾਣੀ ਦੇ ਕੋਲ ਹੈ, ਗੁਰੂ ਸਾਹਿਬਾਨਾਂ ਦੇ ਔਰ ਭਗਤਾਂ ਦੇ ਕੋਲ ਹੈ, ਇਹ ਆਮ ਬੰਦਿਆਂ ਕੋਲ ਨਹੀਂ ਹੈ। ਜਿਹਨੂੰ ਅਸੀਂ ਬਹੁਤ ਬੜੇ ਸਪਿਰਿਚੁਅਲ ਵੀ ਸਮਝੀ ਬੈਠੇ ਹਾਂ, ਉਹਨਾਂ ਕੋਲ ਵੀ ਨਹੀਂ ਸੀ ਇਹ। ਗੁਰਬਾਣੀ ਅਨੁਸਾਰ ਸਰਵਣ ਭਗਤ ਨੂੰ ਆਪਾਂ ਕਿੰਨਾ ਉੱਚਾ ਕਰਦੇ ਹਾਂ, ਉਹਦੀਆਂ ਗਥਾਵਾਂ ਵੀ ਸੁਣਦੇ ਰਹੇ, ਆਪਣੇ ਬਜ਼ੁਰਗ ਬੜੇ ਸੁਣਦੇ ਰਹੇ, ਲੇਕਿਨ ਗੁਰਬਾਣੀ ਨੇ ਉਹਦਾ ਜ਼ਿਕਰ ਤੱਕ ਨਹੀਂ ਕਰਿਆ। ਕਿਉਂ? ਕਿਉਂਕਿ ਉਹ ਡੁਐਲਿਟੀ 'ਚ ਫਿਰਦਾ ਸੀ, ਤੀਰਥਾਂ ਪਰ ਘੁੰਮਦਾ, ਆਪਣੇ ਅੰਦਰ ਦਾ ਤੀਰਥ ਉਹਨੇ ਪਛਾਣਿਆ ਕੋਈ ਨਹੀਂ। ਬੇਸ਼ੱਕ ਉਹਦੀ ਜਿਹੜੀ ਸੇਵਾ ਉਹ ਬਹੁਤ ਉੱਚੀ ਹੈ, ਮਾਂ ਬਾਪ ਨੂੰ ਲਈ ਫਿਰਨਾ ਉਸ ਉਮਰੇ ਜਦੋਂ ਬੱਚੇ ਪੁੱਛਦੇ ਨਹੀਂ, ਪਰ ਉਹ ਗੁਰਮਤ ਦੇ ਆਸ਼ੇ ਅਨੁਸਾਰ ਠੀਕ ਨਹੀਂ ਹੈ। ਦੁਨੀਆ ਦੇ ਵਿੱਚ ਉਹ ਬਹੁਤ ਵਧੀਆ ਗੱਲ ਹੈ, ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ, ਪਰ ਜਿਹੜਾ ਉਹਦਾ ਅੰਦਰ ਹੈ ਉਹ ਇੱਕ ਨਾਲ ਜੁੜਿਆ ਵਾ ਨਹੀਂ ਹੈ। ਇਸ ਕਰਕੇ ਗੁਰਬਾਣੀ ਸਿਰਫ ਮਾਨਤਾ ਉਸ ਸ਼ਖਸ ਨੂੰ ਦਿੰਦੀ ਹੈ ਜਿਹਦਾ ਅੰਦਰ ਇੱਕ ਨਾਲ ਜੁੜ ਗਿਆ, ਚਾਹੇ ਉਹ ਪਾਪੀ ਵੀ ਰਿਹਾ ਹੋਵੇ ਸਾਰੀ ਉਮਰ। ਗਨਕਾਂ ਜਾਮਨ ਦੀਆਂ ਮਿਸਾਲਾਂ ਗੁਰਬਾਣੀ 'ਚ ਬਾਰ-ਬਾਰ ਆਉਂਦੀਆਂ, ਬੱਧਕ ਦੀ ਆਉਂਦੀ ਹੈ। ਜਿੰਨਾ ਚਿਰ ਬੰਦਾ ਇੱਕ ਨਾਲ ਨਹੀਂ ਜੁੜਦਾ, ਉਹਦਾ ਹਿਰਦਾ ਉੱਧਰ ਨਹੀਂ ਲੱਗਦਾ, ਚਾਹੇ ਸਾਰੀ ਉਮਰ ਪਾਪ ਕਰਿਆ ਹੋਵੇ, ਜਿਸ ਘੜੀ ਤੋਂ ਜੁੜ ਗਿਆ ਉਸੇ ਘੜੀ ਉਹ ਪਵਿੱਤਰ ਹੋ ਜਾਂਦਾ। ਗੁਰਬਾਣੀ ਗਲਤ ਨਹੀਂ ਹੈ, ਸਾਡੀ ਸੋਚ ਗਲਤ ਹੈ। ਅਸੀਂ ਹੁਣ ਵੀ ਸਦਨੇ ਨੂੰ ਕਸਾਈ ਕਹਿੰਦੇ ਹਾਂ 500-400 ਸਾਲ ਤੋਂ ਬਾਅਦ ਵੀ, ਕਿਉਂਕਿ ਸਾਡੇ ਜਿਹੜਾ ਮਨ ਹੈ ਹਉਮੈ ਕਰਕੇ ਭਰਮ ਹੈ ਅੰਦਰ। ਸਦਨਾ ਜੀ ਕਿਸੇ ਟਾਈਮ ਕਸਾਈ ਥੇ, ਲੇਕਿਨ ਉਹਨਾਂ ਦਾ ਜਿਹੜਾ ਹਿਰਦਾ ਜਦ ਬਦਲਿਆ, ਜਦ ਤੋਂ ਸ਼ੁੱਧੀ ਸਿੱਟ ਦਿੱਤੀ ਉਹਨਾਂ ਨੇ, ਉਹ ਮਹਾਂਪੁਰਸ਼ ਬਣ ਗਏ, ਪਰਮਾਤਮਾ ਬਣ ਗਏ। ਉਹਨਾਂ ਦੀ ਬਾਣੀ ਵੀ ਹੈ ਗੁਰਬਾਣੀ 'ਚ, ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਇਹ ਏਕੇ ਦੀ ਬਾਤ ਹੈ ਸਾਰੀ ਸਮੁੱਚੀ ਗੁਰਬਾਣੀ 'ਚ। ਜਪਜੀ ਸਾਹਿਬ 'ਚ ਦੇਖ ਲਓ, 12 ਮਹਾਂ 'ਚ ਦੇਖ ਲਓ, ਓਂਕਾਰ 'ਚ ਦੇਖ ਲਓ, ਸ਼ਲੋਕਾਂ 'ਚ ਦੇਖ ਲਓ, ਕਿਤੇ ਨਜ਼ਰ ਮਾਰ ਲਓ, ਇਹ ਇੱਕੋ ਹੀ ਇੱਕ ਨਜ਼ਰ ਆਉਂਦਾ, ਦੂਜੀ ਗੱਲ ਹੈ ਹੀ ਨਹੀਂ ਕੋਈ। ਜਿੰਨਾ ਚਿਰ ਇਹ ਸਾਨੂੰ ਇਸ ਗੱਲ ਦੀ ਸੋਝੀ ਨਹੀਂ ਆਉਂਦੀ, ਸਾਡਾ ਮਨ ਅੰਦਰ ਬਾਹਰ ਇੱਕ ਨੂੰ ਨਹੀਂ ਜਾਣਦਾ, ਕਿੰਨੀ ਵੀ ਅਸੀਂ ਗੁਰਬਾਣੀ ਛੱਡ ਕੋਈ ਵੀ ਧਾਰਮਿਕ ਗ੍ਰੰਥ ਪੜ੍ਹ ਲਈਏ, ਸਾਡੀ ਕਲੈਰਿਟੀ ਨਹੀਂ ਹੋਣੀ। ਈਵਨ ਗੁਰਬਾਣੀ ਵੀ ਜੇ ਸਿਰਫ ਪੜ੍ਹਨੀ ਹੈ, ਵਿਚਾਰ ਨਹੀਂ ਕਰਨੀ, ਤਾਂ ਇਹੀ ਕੁਝ ਹੋ ਰਿਹਾ ਸੰਸਾਰ ਦੇ ਵਿੱਚ। ਗੁਰਸਿੱਖ ਬਾਣੀ ਵੀ ਪੜ੍ਹ ਰਿਹਾ ਹੈ, ਕਕਾਰੀ ਵੀ ਹੈ, ਜੀਵਨ ਉਹਦਾ ਜਿਹੜਾ ਲੋਕਾਚਾਰੀ ਦੇ ਤੌਰ 'ਤੇ ਵਧੀਆ ਵੀ ਹੈ, ਲੇਕਿਨ ਅਸਲੀਅਤ ਜਿਹੜੀ ਹੈ, ਤੱਤ ਜਿਹੜਾ, ਉਹਨੂੰ ਉਹ ਪਕੜਦਾ ਨਹੀਂ, ਕਿਉਂਕਿ ਉਹ ਕਕਾਰੀ ਹੋ ਕੇ ਕਿਸੇ ਦੇਵੀ ਦੇਵਤੇ ਉੱਪਰ ਵੀ ਜਾਂਦਾ ਚੜਾਉਣ ਚੂਰਮਾ। ਦੇਖਿਆ ਦਾਸ ਨੇ, ਰੋਜ਼ ਦੇਖਦਾ, ਬਲਕਿ ਉਂਝ ਪਗੜੀ ਧਾਰੀ ਹੈ, ਦਸਤਾਰ ਸਜਾਈ ਹੋਈ ਹੈ, ਕਕਾਰੀ ਵੀ ਹੈ, ਟੋਬਿਆਂ ਟੌਲਿਆਂ ਦੇ ਉੱਤੇ ਸੁੱਖਾਂ ਸੁੱਖਦਾ ਫਿਰਦਾ। ਸੋ ਕਾਲ ਜਿਹੜੇ ਖੇਤਾਂ ਵਿੱਚ ਸ਼ਹੀਦ ਸਮਾਧਾਂ ਬਣਾਈਆਂ ਵੀ ਹੁੰਦੀਆਂ, ਉਹਨਾਂ ਉੱਤੇ ਵੀ ਮੱਥਾ ਟੇਕਣ ਜਾਂਦਾ, ਜੋਤਸ਼ੀਆਂ ਦੇ ਨਗ ਵੀ ਪਾਉਂਦਾ। ਤੋ ਏਕਾ ਬਣਿਆ ਹੀ ਨਹੀਂ ਹੈ, ਉਹ ਬਾਹਰ ਦੀ ਸਿੱਖੀ ਰਹਿ ਜਾਂਦੀ ਹੈ। ਗੁਰੂ ਸਾਹਿਬ ਤਾਂ ਇਹ ਫਰਮਾਉਂਦੇ ਆ ਵੀ ਜਿਹੜਾ ਅੰਦਰ ਤੋਂ ਪੂਰਾ ਸਿੱਖ ਬਣ ਗਿਆ ਔਰ ਬਾਹਰ ਤੋਂ ਬਣ ਗਿਆ, ਉਹ ਮੇਰਾ ਪੂਰਾ ਸਿੱਖ। ਜੇ ਉਹ ਬਾਹਰ ਤੋਂ ਸਿੱਖ ਹੈ, ਕਕਾਰੀ ਹੈ, ਪਰ ਰੀਸਾਂ ਔਰ ਗੱਲਾਂ ਬ੍ਰਾਹਮਣਾਂ ਦੀਆਂ ਕਰਦਾ, ਜਾਓ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋ ਇਨਕੀ ਪ੍ਰਤੀਤ। ਫਿਰ ਗੁਰੂ ਸਾਹਿਬ ਕਹਿੰਦੇ ਮੈਂ ਇਹਨਾਂ ਦੀ ਪ੍ਰਤੀਤ ਕਰਨੀ ਉਹਨਾਂ ਦੀ। ਸੋ ਏਕੇ ਦੀ ਬਾਤ ਹੈ ਗੁਰਬਾਣੀ 'ਚ, ਏਕ ਓਂਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਕਿਤੇ ਪੜ੍ਹ ਲਓ, ਕਿਤੇ ਕੋਈ ਮਹਾਂਵਾਕ ਦੇਖ ਲਓ, ਇੱਕ ਤੋਂ ਬਿਨਾਂ ਦੂਜੀ ਗੱਲ ਗੁਰਬਾਣੀ 'ਚ ਨਹੀਂ। ਇਹੀ ਚੀਜ਼ ਬੰਦੇ ਨੂੰ ਸੰਤ ਬਣਾਉਂਦੀ ਹੈ, ਇਹੀ ਬ੍ਰਹਮ ਗਿਆਨੀ ਬਣਾਉਂਦੀ ਹੈ। ਸਾਡੇ ਬ੍ਰਹਮ ਗਿਆਨੀ ਬਣਾਉਣ ਦੇ ਹੋਰ ਤਰੀਕੇ ਹੈ। ਅਸੀਂ ਜਿਹੜਾ ਲੰਬੇ ਜਿਹੇ ਝੱਗੇ ਵਾਲਾ ਕੋਈ ਸਾਧ ਹੁੰਦਾ ਹੈ, ਚਾਹੇ ਉਹ ਗੁਰਦੁਆਰੇ ਮੰਦਿਰਾਂ ਦੀ ਸੇਵਾ ਵੀ ਕਰਾਉਂਦਾ ਹੁੰਦਾ ਹੈ, ਧਾਰਮਿਕ ਸਥਾਨਾਂ ਦੀ, ਅਸੀਂ ਉਹਨੂੰ ਮੰਨ ਕੇ ਬੈਠ ਜਾਂਦੇ ਵੀ ਇਹ ਬ੍ਰਹਮ ਗਿਆਨੀ ਹੈ। ਨਹੀਂ, ਇਹ ਕੋਈ ਕ੍ਰਾਈਟੀਰੀਆ ਨਹੀਂ ਹੈ। ਗੁਰਮਤ ਦਾ, ਗੁਰਬਾਣੀ ਦਾ ਕ੍ਰਾਈਟੀਰੀਆ ਇਹ ਹੈ ਵੀ ਉਹ ਇੱਕ ਨਾਲ ਜੁੜਿਆ ਵਾ ਹੋਵੇ। ਪਹਿਲੀ ਨਿਸ਼ਾਨੀ, ਫੰਡਾਮੈਂਟਲ ਜਿਹੜਾ ਹੈ
ਬੇਸਿਕ ਜਿਹੜੀ ਚੀਜ਼ ਹੈ ਸੰਤ ਦੀ, ਬ੍ਰਹਮ ਗਿਆਨੀ ਦੀ, ਉਹ ਇਹ ਹੈ ਵੀ ਉਹ ਇੱਕ ਨਾਲ ਜੁੜਿਆ ਵਾ ਹੋਣਾ ਚਾਹੀਦਾ। ਫਿਰ ਉਹਦੇ ਵਿੱਚੋਂ ਜਿਹੜੇ ਧਾਰਮਿਕ ਕਰਮ ਨਿਕਲਦੇ ਆ, ਚੰਗੇ ਸ਼ੁਭ ਕਰਮ, ਜਿਵੇਂ ਮੰਦਿਰ ਗੁਰਦੁਆਰੇ ਬਣਾਉਣੇ, ਸੰਗਤ ਦੀ ਸੇਵਾ ਕਰਨੀ, ਰੋਗੀਆਂ ਦੀ ਸੇਵਾ ਕਰਨੀ, ਅਗਰ ਉਹ ਏਕੇ 'ਚੋਂ ਨਿਕਲਦੇ ਆ ਫਿਰ ਉਹ ਬਹੁਤ ਪਵਿੱਤਰ ਹੈ। ਇੱਕ ਕਰਮ ਕਰਿਆ ਵਾ 10 ਗੁਣਾ ਵੱਧ ਜਾਂਦਾ ਫਿਰ। ਇਹ ਹੈ ਏਕੇ ਦਾ ਕਨਸੈਪਟ ਜਿਹੜਾ ਗੁਰਬਾਣੀ ਦੇ ਵਿੱਚ ਹੈ, ਜਿੰਨੀ ਕੁ ਦਾਸ ਨੂੰ ਸੋਝੀ ਆਈ ਹੈ। ਬਾਕੀ ਸਾਗਰ ਹੈ, ਸਾਗਰ ਦੇ ਵਿੱਚੋਂ ਕੋਈ ਬੂੰਦ ਹੱਥ 'ਚ ਆਉਂਦੀ ਹੈ, ਇਹੀ ਬਹੁਤ ਬੜੀ ਗੱਲ ਹੈ। ਸਾਗਰ ਨੂੰ ਤਾਂ ਆਪਾਂ ਆਪਣੀ ਜੱਫੀ 'ਚ ਨਹੀਂ ਲੈ ਸਕਦੇ, ਸਾਗਰ ਦੇ ਵਿੱਚ ਸਮਾ ਸਕਦੇ ਹਾਂ, ਸਾਗਰ ਨੂੰ ਆਪਣੀ ਕਿਸੇ ਭਾਂਡਾ ਲੈ ਕੇ ਉਹਦੇ 'ਚ ਬੰਦ ਨਹੀਂ ਕਰ ਸਕਦੇ, ਜਿਵੇਂ ਸੁਕਰਾਤ ਬੰਦ ਕਰਨ ਲੱਗਿਆ। ਇਸ ਕਰਕੇ ਸਾਧ ਸੰਗਤ ਜੀਓ ਬਖਸ਼ ਦਿਓ, ਕੋਈ ਨਾ ਕੋਈ ਅਪਸ਼ਬਦ ਕਈ ਵਾਰ ਨਿਕਲ ਜਾਂਦਾ ਵਿਆਖਿਆ ਕਰਦਿਆਂ, ਔਰ ਕੋਈ ਅਸੀਸ ਵੀ ਦਿਓ, ਜ਼ਰੂਰ ਬਖਸ਼ਿਓ, ਕਿਉਂਕਿ ਸੰਗਤ ਦੀਆਂ ਅਸੀਸਾਂ ਦੇ ਨਾਲ ਬੰਦਾ ਰੋਜ਼ ਨਵਾਂ ਨਕੋਰ ਬਣਦਾ ਹੈ, ਰੋਜ਼ ਪਰਮਾਤਮਾ ਵੱਲ ਨੂੰ ਸਾਡਾ ਇੱਕ ਕਦਮ ਉੱਧਰ ਨੂੰ ਵੱਧਦਾ ਹੈ। ਸੰਗਤ ਬਹੁਤ ਉੱਤਮ ਚੀਜ਼ ਹੈ, ਸੰਗਤ ਦੇ ਵਿੱਚ ਹੀ ਮਨੂਰ ਕੰਚਨ ਬਣਦਾ ਹੈ। ਸਾਡਾ ਮਨ ਜਿਹੜਾ ਬਿਲਕੁਲ ਮਨੂਰ ਹੋਇਆ ਪਿਆ ਹੈ, ਜੇ ਸੰਗਤ ਹੋ ਜੇ ਗੁਰਬਾਣੀ ਦੀ, ਗੁਰਮੁਖਾਂ ਦੀ, ਇਹ ਕੋਈ ਵਜ੍ਹਾ ਹੀ ਨਹੀਂ ਵੀ ਉਹ ਨਾਮ ਕੰਚਨ ਬਣੇ, ਸ਼ੁੱਧ ਸੋਨਾ ਬਣ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰਬਾਣੀ ਵਿਚਾਰ ਦੀ ਸਾਧ ਸੰਗਤ ਜੀਓ, ਗੁਰਮੁਖ ਜਨੋ, ਅਗਲੀ ਵਿਚਾਰ ਹਾਜ਼ਰ ਹੈ ਓਂਕਾਰ ਬਾਣੀ ਚੋਂ। ਇਸ ਕਰਤੇ ਕੋ ਕਿਉਂ ਗਹਿ ਰਾਖੋਂ, ਅਫਰਿਓ ਤੁਲਿਓ ਨ ਜਾਈ, ਮਾਇਆ ਕੇ ਦੇਵਾਨੇ ਪ੍ਰਾਣੀ, ਝੂਠ ਠਗੌਰੀ ਪਾਈ, ਲੱਭ ਲੋਭ ਮੋਹਤਾਜ ਬਿਗੂਤੇ, ਇਬ ਤਬ ਫਿਰ ਪਛਤਾਈ, ਏਕ ਸਰੇਵੈ ਤਾਂ ਗਤ ਮਿਤ ਪਾਵੈ, ਆਵਣ ਜਾਣ ਰਹਾਈ, ਏਕ ਆਚਾਰ ਰੰਗ ਇਕ ਰੂਪ, ਪੌਣ ਪਾਣੀ ਅਗਨੀ ਸਰੂਪ, ਏਕੋ ਭੰਵਰ ਭਵੈ ਤਿਹ ਲੋਏ, ਏਕੋ ਬੂਝੈ ਸੂਝੈ ਪਤ ਹੋਏ, ਗਿਆਨ ਧਿਆਨ ਲੈ ਸੰਸਰ ਰਹੈ, ਗੁਰਮੁਖ ਏਕ ਬਿਰਲਾ ਕੋ ਲਹੈ, ਜਿਸਨੂੰ ਦੇ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰੇ ਆਖ ਸੁਣਾਏ, ਜਿਸਨੂੰ ਦੇ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰੇ ਆਖ ਸੁਣਾਏ। ਗੁਰਮੁਖ ਜਨੋ, ਸ੍ਰੀ ਗੁਰੂ ਜੀ ਅੱਗੇ ਸਮਝਾ ਰਹੇ ਹੈ ਓਂਕਾਰ ਬਾਣੀ ਦੇ ਵਿੱਚ ਪਾਂਧੇ ਨੂੰ, ਜਿਹੜਾ ਬੱਚਿਆਂ ਨੂੰ ਪੜ੍ਹਾ ਰਿਹਾ ਸੀਗਾ ਉਸ ਟਾਈਮ ਦੀ ਬੋਲੀ 'ਚ, ਬਈ ਇਸ ਕਰਤੇ ਕੋ ਕਿਉਂ ਗਹਿ ਰਾਖੋਂ, ਇਸ ਪਰਮਾਤਮਾ ਨੂੰ ਕਿੱਕਣ ਪਕੜ ਕੇ ਰੱਖੀਏ। ਅਫਰਿਓ, ਫੜਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਕਿੱਕਣ ਉਹਨੂੰ ਪਕੜ ਕੇ ਰੱਖੀਏ। ਮਾਇਆ ਕੇ ਦੀਵਾਨੇ ਪ੍ਰਾਣੀ, ਝੂਠ ਠਗੌਰੀ ਪਾਈ, ਪ੍ਰਾਣੀ ਜਿਹੜਾ ਉਹ ਮਾਇਆ ਦਾ ਦੀਵਾਨਾ ਹੈ, ਮਸਤ ਹੈ ਮਾਇਆ ਵਿੱਚ, ਔਰ ਝੂਠ ਦੀ ਠਗੌਰੀ ਪਾਈ ਹੋਈ, ਮਾਇਆ ਦੀ ਝੂਠੀ ਠਗੌਰੀ ਪਾਈ ਹੋਈ ਹੈ, ਸੰਘਾਈ ਹੋਈ ਹੈ, ਖਿਲਾਈ ਹੋਈ ਹੈ। ਠੱਗ ਠਗੌਰੀ ਬੂਟੀ ਨਾਲ ਲੋਕਾਂ ਨੂੰ ਲੁੱਟਦੇ ਹੁੰਦੇ ਸੀ। ਲੱਭ ਲੋਭ ਮੋਹਤਾਜ ਬਿਗੂਤੇ, ਇਬ ਤਬ ਫਿਰ ਪਛਤਾਏ, ਲੱਭ ਖਾਣ ਦੇ ਲੋਭ ਨੂੰ ਕਹਿੰਦੇ, ਅਤੇ ਲੋਭ ਹੁੰਦਾ ਪੈਸੇ ਧੇਲੇ ਦਾ, ਪਦਾਰਥਾਂ ਦਾ। ਸੋ ਲੱਭ ਲੋਭ ਮੋਹਤਾਜ ਹੁੰਦੀਆਂ ਲੋੜਾਂ, ਲੋੜਵੰਦ, ਇਹਨਾਂ ਦੇ ਵਿੱਚ ਖੁਆਰ ਹੁੰਦਾ ਬੰਦਾ, ਬਿਗੂਤਾ ਖੁਆਰ ਹੋਣਾ। ਇਬ ਤਬ ਫਿਰ ਪਛਤਾਈ, ਇੱਥੇ ਵੀ ਉੱਥੇ ਵੀ ਫਿਰ ਪਛਤਾਉਂਦਾ। ਏਕ ਸਰੇਵੈ ਤਾਂ ਗਤ ਮਿਤ ਪਾਵੈ, ਆਵਣ ਜਾਣ ਰਹਾਈ, ਜੇ ਕੇਵਲ ਇੱਕ ਨੂੰ ਸਰੇਵੈ, ਕੇਵਲ ਇੱਕ ਨੂੰ ਮੰਨੈ, ਇੱਕ ਦੇ ਹੀ ਗੁਣ ਗਾਵੈ, ਇੱਕ ਦੇ ਉੱਪਰ ਚੱਲੈ, ਇੱਕ ਪਰ ਨਿਸ਼ਚਾ ਹੋਵੈ, ਏਕ ਸਰੇਵੈ ਤਾਂ ਗਤ ਮਿਤ ਪਾਵੈ, ਫਿਰ ਉਹਦੀ ਗਤ ਮਿਤੀ ਬਣਦੀ ਹੈ, ਜਿਹਨੂੰ ਕਹਿੰਦੇ ਆਪਾਂ ਵੀ ਉਹ ਪਰਮਾਤਮਾ ਦੇ ਨਾਲ ਮਿਲ ਸਕਦਾ ਹੈ, ਗਤ ਹੋ ਜਾਂਦੀ ਹੈ ਉਹਦੀ, ਪਰਮਾਤਮਾ ਦੀ ਮਿਤੀ ਨੂੰ ਪਾ ਲੈਂਦਾ, ਵਿੱਚ ਸਮਾ ਜਾਂਦਾ, ਉਹਦਾ ਆਉਣਾ ਜਾਣਾ 84 ਕੱਟੀ ਜਾਂਦੀ ਹੈ। ਹੋਰ ਕੋਈ ਰਸਤਾ ਨਹੀਂ, ਇੱਕ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ। ਏਕੇ ਨਾਲ ਜੁੜ ਗਿਆ ਤਾਂ ਸਭ ਕੁਛ ਹੈ, ਨਹੀਂ ਕੁਛ ਵੀ ਨਹੀਂ ਹੈ ਪੱਲੇ। ਏਕ ਆਚਾਰ ਰੰਗ ਇੱਕ ਰੂਪ, ਪੌਣ ਪਾਣੀ ਅਗਨੀ ਸਰੂਪ,
परमात्मा का इक्को ही आचार है, इक्को ही रंग है, इक्को ही रूप है। पौन पानी अग्नि सब उसे दे रूप है। सिद्ध गोष्ठ विच वचन आउंदा, वर्ण भेख असरूप न जापी। वो सारे भेखां विच है, ਉਹਦਾ ਇੱਕ भी नहीं है, ਉਹਦੇ सारे ही हैं। सो जिन्ने भी आचार हैं, चरण है, रंग हैं, रूप हैं, पौन पानी अग्नि है, सब उसे का रूप है। जले हरि थले हरि दसवें पातशाह फरमाउंदे, एको भंवर भवै तेह लोए। इक्को ही भौरा तिन्ना लोकां दे विच फिर रहा है। भौरे तो मुराद है आत्मा, जिहड़ी कि परमात्मा का ही हिस्सा है, अंग है, उस दी बनाई हुई है। यही आत्मा सारिया जीवां दे विच तिन्ना लोकां च विचर रही है, हाथी च भी कीड़ी च भी। एको बूझै सूझै पत होए। जे एक नूं बुझ लवे बंदा गुरु दे राहीं, फिर ਉਹਨੂੰ ਸੋਝੀ आ जाती है, ਉਹਦੀ पत रह जाती है। नहीं तो फिर 84 के गेड़ च गोते खांदा। ज्ञान ध्यान ले समसर रहे। जे ਉਹਨੂੰ ਗਿਆਨ ਹੋ ਜਾਏ ਧਿਆਨ ਦੇ ਵਿੱਚ, ਧਿਆਨ ਲਗਾ ਕੇ, ਫਿਰ ਉਹ ਸਮਸਰ ਰਹਿੰਦਾ, ਇੱਕਸਾਰ ਰਹਿੰਦਾ। ਫਿਰ ਇਹ ਨਹੀਂ ਹੁੰਦਾ ਵੀ ਜੇ ਖੁਸ਼ੀ ਹੋਗੀ ਤਾਂ ਬਹੁਤ ਟੱਪਦਾ, ਢੋਲ ਤਮਾਸ਼ੇ ਗਾਜੇ ਕਰਦਾ, ਬਾਜੇ ਕਰਦਾ, ਤੇ ਜੇ ਕੋਈ ਵਿਪਤਾ ਆ ਗਈ ਤਾਂ ਫਿਰ ਰੋਂਦਾ ਹੈ, ਕੰਧਾਂ ਨਾਲ ਸਿਰ ਮਾਰਦਾ। ਇਸ ਤਰ੍ਹਾਂ ਨਹੀਂ ਕਰਦਾ, ਉਹ ਇੱਕਸਾਰ ਰਹਿੰਦਾ, ਉਹਨੂੰ ਖੁਸ਼ੀ ਗਮੀ ਬਰਾਬਰ ਹੋ ਜਾਂਦੀ। ਗੁਰਮੁਖ ਏਕ ਵਿਰਲਾ ਕੋ ਲਹੈ। ਗੁਰੂ ਦੇ ਰਾਹੀਂ, ਗੁਰੂ ਵੱਲ ਮੁੱਖ ਕਰਕੇ ਉਸ ਇੱਕ ਨੂੰ, ਪਰਮਾਤਮਾ ਨੂੰ ਕੋਈ ਵਿਰਲਾ ਹੀ ਪਾਉਂਦਾ ਹੈ। ਉਹਦਾ ਭੇਖ ਬਣਾਉਣ ਵਾਲੇ ਹਜ਼ਾਰਾਂ 'ਚ ਉਹਨੇ, ਲੱਖਾਂ 'ਚ ਵੀ ਹੋ ਸਕਦੇ ਦੁਨੀਆ 'ਚ, ਪਰ ਪਾਉਣਾ ਕਿਸੇ ਇੱਕ ਅੱਧੇ ਨੇ, ਵਿਰਲੇ ਨੇ, ਉਸ ਏਕੇ ਨੇ। ਸਭ ਡੁਅਲਟੀ ਵਾਲੇ ਹੁੰਦੇ। ਜਿਸਨੂੰ ਦੇ ਕਿਰਪਾ ਤੇ ਸੁਖ ਪਾਏ। ਜਿਸਨੂੰ ਇਹ ਵਸਤੂ ਦਿੰਦਾ ਹੈ, ਉਹ ਗੁਰੂ ਦੇ ਰਾਹੀਂ ਕਿਰਪਾ ਕਰਦਾ ਹੈ, ਉਹੀ ਸੁੱਖ ਪਾਉਂਦਾ ਹੈ, ਹੋਰ ਨੂੰ ਸੁੱਖ ਨਹੀਂ ਹੋ ਸਕਦਾ। ਗੁਰੂ ਦੁਆਰੇ ਆਖ ਸੁਣਾਏ। ਜਿਹਨੂੰ ਉਹਨੇ ਕਿਰਪਾ ਕਰਕੇ ਇਹ ਚੀਜ਼, ਇਹ ਵਸਤ ਬਖਸ਼ਣੀ ਹੈ, ਸੁੱਖ ਦੇਣਾ ਹੈ, ਆਨੰਦ ਦੇਣਾ ਹੈ, ਦੁਨਿਆਵੀ ਸੁੱਖ ਨਹੀਂ, ਦੂਜਾ ਆਨੰਦ, ਉਹ ਗੁਰੂ ਦੇ ਰਾਹੀਂ ਉਹਨੂੰ ਇਹ ਆਖ ਸੁਣਾ ਦਿੰਦਾ। ਗੁਰੂ ਦੇ ਰਾਹੀਂ ਉਹਨੂੰ ਆਪਣੇ ਨਾਲ ਜੋੜ ਦਿੰਦਾ। ਗੁਰੂ ਦੁਆਰਾ ਹੋਏ ਸੋਝੀ ਪਾਈ ਸੀ। ਸੋ ਇਹ ਦੋਹੇ ਤਿੰਨੇ ਕਨਸੈਪਟ ਗੁਰਬਾਣੀ ਦੇ ਵਿੱਚ ਨਾਲ ਨਾਲ ਚੱਲਦੇ ਆ। ਪਰਮਾਤਮਾ ਇੱਕ ਹੈ, ਇੱਕ ਨੂੰ ਹੀ ਮੰਨੇਗਾ ਜਿਹੜਾ ਉਸੇ ਦੀ 84 ਕੱਟਣੀ ਹੈ, ਦੂਜਿਆਂ ਦੀ ਨਹੀਂ ਕੱਟਣੀ। ਉਹ ਫਿਰ ਨਾ ਉਹਨਾਂ ਨੇ ਗੋਤੇ ਖਾਂਦੇ 84 ਦੇ ਵਿੱਚ, ਜੂਨਾਂ ਦੇ ਵਿੱਚ। ਤੇ ਇਹ ਸਾਰਾ ਕੁਝ ਹੋਣਾ ਹੈ ਗੁਰੂ ਦੁਆਰਾ। ਜਿਹੜੀ 84 ਕੱਟਣ ਦਾ ਸੰਬੰਧ ਹੈ ਉਹ ਗੁਰੂ ਦੇ ਦੁਆਰਾ। ਗੁਰੂ ਪਰਮਾਤਮਾ ਰੂਪ ਹੈ। ਗੁਰੂ ਦੀ ਸਿੱਖਿਆ ਦੇ ਅਨੁਸਾਰ ਚੱਲ ਕੇ ਹੀ ਅਸੀਂ ਏਕੇ ਨਾਲ ਜੁੜ ਸਕਦੇ ਹਾਂ, ਹੋਰ ਕੋਈ ਰੂਪ ਨਹੀਂ ਹੈ। ਤੇ ਨਾਲ ਇਹਦੇ ਸੰਗਤ ਦਾ ਕਨਸੈਪਟ ਹੈ। ਗੁਰੂ ਸੰਗਤ ਦੇ ਵਿੱਚ ਹੁੰਦਾ ਹੈ, ਔਰ ਸੰਗਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪੁਰਸ਼ ਬੈਠੇ ਹੁੰਦੇ, ਉੱਚੀ ਅਵਸਥਾ ਵਾਲੇ ਵੀ, ਛੋਟੀ ਅਵਸਥਾ ਵਾਲੇ ਵੀ, ਸਿਖਾਂਦਰੂ ਵੀ ਤੇ ਜਾਣਕਾਰ ਵੀ। ਤੋ ਸੰਗਤ ਦੀ ਮਹਿਮਾ ਬਹੁਤ ਹੈ। ਗੁਰੂ ਹਮੇਸ਼ਾ ਸੰਗਤ ਦੇ ਵਿੱਚ ਵਸਦਾ। ਸੰਗਤ ਤੋਂ ਬਾਹਰ ਗੁਰੂ ਹੋ ਹੀ ਨਹੀਂ ਸਕਦਾ। ਇਸ ਕਰਕੇ ਗੁਰੂ ਦੁਆਰੇ ਆਖ ਸੁਣਾਏ। ਜੋ ਵੀ ਬੰਦਾ ਗੁਰੂ ਦੇ ਅਨੁਸਾਰੀ ਹੋ ਗਿਆ, ਉਹਨੂੰ ਗੁਰੂ ਤੋਂ ਇਸ ਗੱਲ ਦੀ ਸਮਝ ਆ ਜਾਣੀ ਹੈ ਵੀ ਸਭ ਕੁਛ ਇੱਕੋ ਹੀ ਹੈ। ਇਹ ਅਗਨੀ ਪਾਣੀ ਪੌਣ, ਇਹ ਸਭ ਕੁਛ ਇੱਕੋ ਹੀ ਚੀਜ਼ ਹੈ। ਫੁੱਲ ਹਵਾ ਪਾਣੀ ਪਹਾੜ ਸਭ ਕੁਛ ਉਹੀ ਹੈ, ਸਭ ਵਿੱਚ ਉਹੀ ਵਰਤ ਰਿਹਾ। ਇਹ ਸੋਝੀ ਉਹਨੇ ਕਰਾ ਦੇਣੀ। ਜਿਹੜਾ ਸਾਨੂੰ ਇਹ ਭਰਮ ਹੈ ਵੀ ਇਹ ਫੁੱਲ ਸੁੱਚੇ ਹੈ, ਆਹ ਦੁੱਧ ਸੁੱਚਾ ਹੈ, ਆਹ ਪਾਣੀ ਜੂਠਾ ਨਹੀਂ ਹੈ, ਇਹ ਅਸੀਂ ਚੜਾਉਣਾ ਇਸ ਨੂੰ, ਇਹ ਸਾਡਾ ਭਰਮ ਦੂਰ ਕਰ ਦਿੰਦਾ। ਸਭ ਜਗ੍ਹਾ ਉਹੀ ਹੈ, ਕੋਈ ਉਸ ਤੋਂ ਬਾਹਰ ਨਹੀਂ। ਦੈਂਤਾਂ ਵਿੱਚ ਵੀ, ਦੇਵਤਿਆਂ ਵਿੱਚ ਵੀ, ਹਰ ਇੱਕ ਜਗ੍ਹਾ, ਸ਼ਰਾਬੀਆਂ ਵਿੱਚ ਵੀ, ਅੰਮ੍ਰਿਤ ਛਕਣ ਵਾਲਿਆਂ 'ਚ ਵੀ, ਸਭ ਜਗ੍ਹਾ ਉਸੇ ਦੀ ਜੋਤ ਹੈ। ਅੱਗੇ ਸ਼ਬਦ ਆ ਰਿਹਾ, ਊਰਮ ਧੂਰਮ ਜੋਤ ਉਜਾਲਾ। ਪਾਣੀਆਂ ਵਿੱਚ, ਸਮੁੰਦਰਾਂ ਵਿੱਚ, ਧਰਤੀ ਪਰ, ਸਭ ਜਗ੍ਹਾ ਉਹੀ ਹੈ। ਅੱਗ 'ਚ ਵੀ ਉਹੀ ਹੈ, ਉਸ ਤੋਂ ਬਾਹਰ ਕੁਛ ਹੈ ਹੀ ਨਹੀਂ। ਔਰ ਹੁਣ ਤਾਂ ਸਾਇੰਸਦਾਨਾਂ ਨੇ ਇਹ ਵੀ ਖੋਜ ਕਰ ਲਈ ਵੀ ਅੱਗ ਦੇ ਵਿੱਚ ਇੰਨਾ ਟੈਂਪਰੇਚਰ ਹੁੰਦਾ, ਉਹਦੇ ਵਿੱਚ ਵੀ ਬੈਕਟੀਰੀਆ ਹੁੰਦੇ। ਅੱਗ ਜਿਹੜੇ ਚਸ਼ਮੇ ਗਰਮ ਪਾਣੀ ਦੇ, ਉਹਨਾਂ ਦੇ ਵਿੱਚ ਵੀ ਬੈਕਟੀਰੀਆ ਹੁੰਦੇ। ਉਹਨਾਂ ਦੀ ਰਜਿਸਟੈਂਸ ਕਿੰਨੀ ਹੁੰਦੀ ਹੋਊਗੀ ਟੈਂਪਰੇਚਰ। ਠੰਡ ਦੇ ਵਿੱਚ ਵੀ ਹੁੰਦੇ। ਸੋ ਉਹ ਹਰ ਇੱਕ ਜਗ੍ਹਾ ਹੈ। ਬੈਕਟੀਰੀਆ ਵੀ ਉਸੇ ਤੋਂ ਬਣਦੇ, ਉਸੇ ਦਾ ਰੂਪ ਹੈ। ਵਾਇਰਸ ਵੀ ਉਸੇ ਦੇ, ਕਰੋਨਾ ਵੀ ਉਹਦਾ ਹੀ ਹੈ।
ਕਰੋਨਾ ਕਰਨੇ ਵਾਲਾ ਵੀ ਆਪ ਹੈ, ਕਰੋਨਾ ਨੂੰ ਠੀਕ ਕਰਨੇ ਵਾਲਾ ਵੀ ਆਪ ਹੈ, ਜਿਹਨੂੰ ਕਰੋਨਾ ਹੁੰਦਾ ਉਹ ਵੀ ਆਪੇ ਆਪ ਹੈ। ਆਪੇ ਮਾਛੀ ਮਾਛਲੀ, ਆਪੇ ਪਾਣੀ ਜਾਲ, ਸਭ ਕੁਛ ਉਹੀ ਹੈ। ਇਸ ਗੱਲ ਦੀ ਸੋਝੀ ਗੁਰੂ ਤੋਂ ਆਉਣੀ ਹੈ, ਹੋਰ ਕਿਸੇ ਤੋਂ ਨਹੀਂ ਮਿਲਦੀ ਹੈ। ਗੁਰਬਾਣੀ ਗੁਰੂ ਹੈ, ਗੁਰਬਾਣੀ ਤੋਂ ਸੋਝੀ ਆਉਂਦੀ ਹੈ। ਲੇਕਿਨ ਸਾਡੀ ਮੱਤ ਕੁਛ ਐਸੀ ਹੈ ਵੀ ਸਾਨੂੰ ਗੁਰਬਾਣੀ ਤੋਂ ਅਸੀਂ ਸਿੱਧਾ ਗ੍ਰਹਿਣ ਨਹੀਂ ਕਰ ਸਕਦੇ ਜਿੰਨਾ ਚਿਰ ਅਪਾਰ ਕਿਰਪਾ ਨਾ ਹੋਵੇ। ਗੁਰਬਾਣੀ ਦੀ ਬਖਸ਼ਿਸ਼ ਹੋ ਜਾਏ ਫਿਰ ਤਾਂ ਠੀਕ ਹੈ। ਐਸੇ ਤਰੀਕੇ ਨਾਲ ਗੁਰੂ ਹੈ ਜਿਹੜਾ ਸਰੀਰ 'ਚ ਵੀ ਹੋਵੇ, ਸੰਤ ਹੋਵੇ, ਉਹ ਵੀ ਉਹਦੇ ਕੋਲ ਜਾਏ ਤੋਂ ਵੀ ਇੱਕਣ ਕੋਈ ਲਾਭ ਨਹੀਂ ਹੋਣਾ ਜਿੰਨਾ ਚਿਰ ਉਹ ਸਾਡੇ ਮਨ ਨੂੰ ਨੀਵਾਂ ਕਰਕੇ ਆਪਣੇ ਨਾਲ ਨਹੀਂ ਜੋੜਦਾ। ਗੁਰੂ ਦੇ ਕੋਲ ਭਾਵੇਂ 100 ਵਾਰੀ ਆਈ ਜਾਓ ਜਾਈ ਜਾਓ, ਗੁਰਬਾਣੀ ਦਾ ਫਰਮਾਨ ਹੈ ਵੀ ਨਹੀਂ ਕੋਈ ਪ੍ਰਾਪਤੀ ਹੁੰਦੀ। ਜਿਵੇਂ ਕਿਸ਼ਤੀ 100 ਵਾਰ ਇੱਧਰ ਉੱਧਰ ਜਾਂਦੀ ਹੈ, ਪੱਥਰ ਪਿਆ ਰਹਿੰਦਾ ਕਿਨਾਰੇ 'ਤੇ, ਲੋਹਾ ਪਿਆ ਰਹਿੰਦਾ, ਉਹ ਬਾਹਰ ਨਹੀਂ ਜਾ ਸਕਦਾ, ਪਾਰ ਨਹੀਂ ਜਾ ਸਕਦਾ ਅਨਲੈਸ ਕੋਈ ਉਹਨੂੰ ਚੱਕ ਕੇ ਕਿਸ਼ਤੀ 'ਚ ਰੱਖੇ। ਸੋ ਜੇ ਕੋਈ ਕਾਮਲ ਪੁਰਸ਼ ਮਿਲ ਜੇ, ਉਹਦੀ ਚਰਨ ਛੂਹ ਪ੍ਰਾਪਤ ਹੋ ਜਾਏ, ਉਹ ਪਾਰਸ ਹੁੰਦਾ ਹੈ। ਉਹ ਸਾਨੂੰ ਮਨੂਰਾਂ ਨੂੰ ਵੀ ਸੋਨਾ ਬਣਾ ਸਕਦਾ। ਗੁਰੂ ਦੀ ਬਹੁਤ ਮਹਿਮਾ ਹੈ। ਅਤੇ ਜਿਹੜੇ ਸੰਤ ਲੋਕ ਹੈ ਉਹ ਵੀ ਗੁਰੂ ਵਰਗੇ ਹੁੰਦੇ, ਕਿਉਂਕਿ ਉਹਨਾਂ ਦੇ ਅੰਦਰ ਵੀ ਪਰਮਾਤਮਾ ਜੋਤ ਪ੍ਰਗਟ ਹੁੰਦੀ ਹੈ। ਸੰਗਤ ਦਾ ਹੀ ਇੱਕ ਹਿੱਸਾ ਹੁੰਦੇ ਉਹ, ਇਸੇ ਕਰਕੇ ਸੰਗਤ ਦੀ ਵਡਿਆਈ ਹੈ। ਤੋ ਸਾਧ ਸੰਗਤ ਜੀਓ, ਸਭ ਕੁਛ ਉਹੀ ਹੈ। ਆਤਮਾ ਵੀ ਉਸੇ ਦੀ ਹੈ। ਕਿੰਨੇ ਕਿਸਮ ਦੇ ਜਾਨਵਰ ਹੈ, ਕਿੰਨੇ ਕਿਸਮ ਦੇ ਪੰਛੀ ਹੈ, ਕਿੰਨੇ ਕਿਸਮ ਦੇ ਕੀੜੇ ਮਕੌੜੇ ਹੈ, ਮੱਛੀਆਂ ਹੈ, ਡੱਡੂ ਹੈ, ਸਭ ਵਿੱਚ ਉਹੀ ਹੈ। ਉਸ ਤੋਂ ਬਾਹਰ ਕੋਈ ਨਹੀਂ ਹੈ। ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਊਰਮ ਧੂਰਮ ਜੋਤ ਉਜਾਲਾ, ਤੀਨ ਭਵਨ ਮਹਿ ਗੁਰ ਗੋਪਾਲਾ। ਹੁਕਮਿਆਂ ਅਸਰੂਪ ਦਿਖਾਵੈ, ਕਰ ਕਿਰਪਾ ਆਪਣੇ ਕਰ ਆਵੈ। ਊਨਮ ਬਰਸੈ ਨਿਜਰ ਧਾਰਾ, ਉੱਤਮ ਸ਼ਬਦ ਸਵਾਰਨ ਹਾਰਾ। ਇਸ ਏਕੇ ਕਾ ਜਾਣੈ ਭਿਓ, ਆਪੇ ਕਰਤਾ ਆਪੇ ਦਿਓ। ਉਗਵੈ ਸੂਰ ਅਸੁਰ ਸੰਘਾਰੈ, ਉੱਚੋ ਦੇਖ ਸ਼ਬਦ ਵਿਚਾਰੈ। ਉਪਰ ਆਦ ਅੰਤ ਤੇ ਲੋਏ, ਆਪੇ ਕਰੈ ਕਥੈ ਸੁਣੈ ਸੋਏ। ਉਹ ਵਿਧਾਤਾ ਮਨ ਤਨ ਦੇ, ਉਹ ਵਿਧਾਤਾ ਮਨ ਮੁਖ ਸੋਏ। ਪ੍ਰਭ ਜਗ ਜੀਵਨ ਅਵਰ ਨ ਕੋਏ, ਨਾਨਕ ਨਾਮ ਰਤੇ ਪਤ ਹੋਏ। ਪ੍ਰਭ ਜਗ ਜੀਵਨ ਅਵਰ ਨ ਕੋਏ, ਨਾਨਕ ਨਾਮ ਰਤੇ ਪਤ ਹੋਏ। ਸ੍ਰੀ ਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਦੇ ਵਿਦਵਾਨ ਗੁਰਮੁਖ ਸੱਜਣੋ, ਅਗਲੀ ਵਿਚਾਰ ਹਾਜ਼ਰ ਹੈ ਓਅੰਕਾਰ ਬਾਣੀ ਚੋਂ। ਊਰਮ ਧੂਰਮ ਜੋਤ ਉਜਾਲਾ। ਊਰਮ ਲਹਿਰਾਂ ਯਾਨੀ ਸਮੁੰਦਰ, ਧੂਰਮ ਧੂੜ ਯਾਨੀ ਧਰਤੀ। ਸਮੁੰਦਰਾਂ ਵਿੱਚ, ਧਰਤੀਆਂ ਵਿੱਚ ਸਭ ਉਸੇ ਦਾ ਉਜਾਲਾ ਹੈ, ਉਸੇ ਜੋਤ ਦਾ, ਪਰਮਾਤਮਾਈ ਜੋਤ ਦਾ। ਤੀਨ ਭਵਨ ਮਹਿ ਗੁਰ ਗੋਪਾਲਾ। ਤਿੰਨਾਂ ਹੀ ਭਵਨਾਂ 'ਚ, ਆਕਾਸ਼, ਧਰਤੀ ਔਰ ਪਾਤਾਲ, ਇਹਨਾਂ ਦੇ ਵਿੱਚ ਪਰਮਾਤਮਾ ਦਾ ਹੀ ਵਾਸਾ ਹੈ। ਉਗਵਿਆਂ ਅਸਰੂਪ ਦਿਖਾਵੇ। ਜਦ ਉਹ ਉਗਦਾ ਹੈ ਤਾਂ ਗੁਰੂ ਦੇ ਵਿੱਚ ਆਪਣਾ ਸਰੂਪ ਦਿਖਾ ਦਿੰਦਾ ਹੈ, ਯਾਨੀ ਗੁਰੂ ਦੇ ਵਿੱਚ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਕਰ ਕਿਰਪਾ ਆਪਣੇ ਘਰ ਆਵੇ। ਜਦੋਂ ਕਿਰਪਾ ਕਰਦਾ ਹੈ ਤਾਂ ਆਪਣੇ ਘਰ ਵਿੱਚ, ਹਿਰਦੇ ਵਿੱਚ ਆ ਕੇ ਬੈਠ ਜਾਂਦਾ, ਪ੍ਰਗਟ ਹੋ ਜਾਂਦਾ। ਊਨਬ ਵਰਸੈ ਨਿਜਰ ਧਾਰਾ। ਜਦੋਂ ਬੱਦਲ ਨੀਵਾਂ ਹੋ ਕੇ ਇੱਕ ਰਸ ਬਰਸਦਾ ਹੈ। ਉੱਤਮ ਸ਼ਬਦ ਸਵਾਰਨ ਹਾਰਾ। ਔਰ ਉਹ ਉੱਤਮ ਸ਼ਬਦ ਦੇ ਰਾਹੀਂ, ਸੱਸਾ ਬੱਬਾ ਦੱਦੇ ਨੂੰ ਸਿਹਾਰੀ ਹੈ, ਦੈਟ ਮੀਨਸ ਵੀ ਸ਼ਬਦ ਦੇ ਰਾਹੀਂ, ਉੱਤਮ ਸ਼ਬਦ ਦੇ ਰਾਹੀਂ ਸਾਨੂੰ ਸਵਾਰ ਦਿੰਦਾ ਹੈ, ਸਜਾ ਦਿੰਦਾ ਹੈ। ਇਸ ਏਕੇ ਕਾ ਜਾਣੈ ਭਿਓ। ਜਿਹੜਾ ਵੀ ਕੋਈ ਬੰਦਾ ਇਸ ਏਕੇ ਦਾ ਭੇਦ ਜਾਣ ਗਿਆ, ਜਿਹੜੀ ਗੱਲ ਬਾਰ ਬਾਰ ਗੁਰਬਾਣੀ 'ਚ ਆ ਰਹੀ ਹੈ, ਏਕਾ ਏਕਾ ਏਕਾ, ਨੋ ਡੁਐਲਟੀ ਨੋ ਡੁਐਲਟੀ ਨੋ ਡੁਐਲਟੀ। ਜਿਹਨੇ ਇਸ ਏਕੇ ਦਾ ਵਰਨੈਸ ਦਾ ਭੇਦ ਜਾਣ ਲਿਆ, ਆਪੇ ਕਰਤਾ ਆਪੇ ਦਿਓ। ਉਹ ਆਪ ਹੀ ਕਰਨੇ ਵਾਲਾ ਹੈ, ਆਪੇ ਦੇਵਤਾ ਹੈ, ਦੇਣ ਵਾਲਾ ਵੀ ਹੈ। ਉਗਵੈ ਸੂਰ ਅਸੁਰ ਸੰਘਾਰੈ। ਜਦ ਸੂਰਜ ਚੜ੍ਹਦਾ ਹੈ ਤਾਂ ਦੈਂਤ ਜਿਹੜੇ ਆ ਉਹ ਭੱਜ ਜਾਂਦੇ, ਖਾਧੇ ਜਾਂਦੇ। ਮਤਲਬ ਹੈ ਜਦੋਂ ਗਿਆਨ ਦਾ ਪ੍ਰਕਾਸ਼ ਹੁੰਦਾ ਹਿਰਦੇ ਦੇ ਵਿੱਚ, ਤਾਂ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਚੋਰ ਹੈ,
ਹੋਰ ਕਈ ਸਾਰੇ ਚੋਰ ਹੈ, ਡਕੈਤ ਹੈ, ਉਹ ਭੱਜ ਜਾਂਦੇ। ਉੱਚੋ ਦੇਖ ਸ਼ਬਦ ਵਿਚਾਰ, ਉੱਚੀ ਨਜ਼ਰ ਨਾਲ ਜਦੋਂ ਦੇਖਦਾ ਹੈ ਤਾਂ ਸ਼ਬਦ ਦੇ ਰਾਹੀਂ ਇਹ ਵਿਚਾਰ ਕਰਦਾ ਹੈ ਕਿਆ ਉੱਪਰ ਆਦ ਅੰਤ ਤੇ ਲੋਏ। ਪਰਮਾਤਮਾ ਤਿੰਨਾਂ ਲੋਕਾਂ ਦੇ ਵਿੱਚ ਹੈ, ਉੱਪਰ ਆਦ ਵਿੱਚ ਵੀ ਔਰ ਅੰਤ ਵਿੱਚ ਵੀ, ਸਭ ਜਗ੍ਹਾ ਉਹੀ ਹੈ। ਆਪੇ ਕਰੈ ਕਥੈ ਸੁਣੈ ਸੋਏ। ਉਹ ਆਪੇ ਕਰਦਾ ਹੈ, ਆਪੇ ਕਥਦਾ ਹੈ, ਆਪੇ ਸੁਣਦਾ ਹੈ। ਇਹ ਗੱਲ ਵਾਰ-ਵਾਰ ਗੁਰਬਾਣੀ ਚ ਆਉਂਦੀ ਹੈ ਵੀ ਸਭ ਕੁਝ ਤੂੰ ਹੀ ਹੈ, ਵਕਤਾ ਵੀ ਤੂੰ ਹੀ ਹੈ, ਸਰੋਤਾ ਵੀ ਤੂੰ ਹੀ ਹੈ, ਜੋ ਕੁਛ ਸੁਣਾਇਆ ਜਾ ਰਿਹਾ ਉਹ ਵੀ ਤੂੰ ਹੀ ਹੈ। ਉਹ ਵਿਧਾਤਾ ਮਨ ਤਨ ਦੇ, ਮਨ ਵੀ ਤਨ ਵੀ ਉਹ ਵਿਧਾਤਾ ਬਣਾਉਂਦਾ, ਉਹੀ ਦਿੰਦਾ ਸਾਨੂੰ। ਵਿਧਾਤਾ ਮੀਨਸ ਵਿਧਾਤਰੀ, ਰਚਨਹਾਰ। ਵਿਧਾਤਾ ਪਰਮਾਤਮਾ ਵੀ ਹੈ, ਵਿਧਾਤਾ ਗੁਰੂ ਔਰ ਸੰਤ ਨੂੰ ਵੀ ਕਿਹਾ ਜਾਂਦਾ ਹੈ ਗੁਰਬਾਣੀ 'ਚ। ਸੋ ਵਿਧਾਤਾ ਜਿਹੜਾ ਸ਼ਬਦ ਹੈ ਕੇਵਲ ਪਰਮਾਤਮਾ ਖਾਤਰ ਨਹੀਂ ਹੈ ਗੁਰਬਾਣੀ 'ਚ ਆਇਆ ਹੋਇਆ। ਨਾਨਕ ਸੋਈ ਪੁਰਖ ਵਿਧਾਤਾ, ਇਸ ਤਰ੍ਹਾਂ ਸਿੱਧ ਗੋਸ਼ਟ ਵਿੱਚ ਵੀ ਇੱਕ ਵਚਨ ਆਉਂਦਾ, ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਧਾਤਾ। ਜਿਹੜਾ ਵੀ ਜਨ ਨਿਰੰਜਨ ਦੇ ਨਾਲ ਜੁੜ ਗਿਆ, ਪਰਮਾਤਮਾ ਦੇ ਨਾਲ ਰਤਿਆ ਗਿਆ, ਉਹ ਪੁਰਖ ਵਿਧਾਤਾ ਬਣ ਜਾਂਦਾ, ਕਿਉਂਕਿ ਉਹਨੇ ਸਾਡੀ ਸੋਚ ਬਦਲ ਕੇ ਸਾਨੂੰ ਠੀਕ ਕਰਨਾ। ਤੋ ਪਰਮਾਤਮਾ ਸਾਨੂੰ ਮਨ ਤਨ ਦਿੰਦਾ ਹੈ, ਸਾਡੇ ਮਨ ਨੂੰ ਸਹੀ ਗੁਰੂ ਦੇ ਰਾਹੀਂ ਕਰਵਾਉਂਦਾ ਹੈ। ਇਸ ਕਰਕੇ ਇਹ ਵੀ ਵਿਧਾਤਾ ਹੈ ਗੁਰੂ ਵੀ। ਉਹ ਜਿਹੜਾ ਸਾਧ ਸੰਗਤ ਜੀ ਉਹ ਸੁਖਮਨੀ ਸਾਹਿਬ 'ਚ ਵਚਨ ਆਉਂਦਾ ਹੈ ਬਈ ਪਰਮੇਸ਼ਰ ਵੀ, ਯਾਨੀ ਪਰਮੇਸ਼ਰ ਨਹੀਂ, ਇੱਕ ਹੋਰ ਸ਼ਬਦ ਹੈ ਜਿਹਦੇ 'ਤੇ ਕਈ ਵਾਰੀ ਸਾਡੇ ਮਿਸ਼ਨਰੀ ਵੀਰਾਂ ਨੂੰ ਭੁਲੇਖਾ ਪਿਆ ਹੈ ਬਈ ਉਹ ਇਹ ਜਿਹੜੇ ਸ਼ਬਦ ਆਉਂਦੇ ਤਾਂ ਕੇਵਲ ਪਰਮਾਤਮਾ ਖਾਤਰ ਹੀ ਆਉਂਦੇ। ਨਹੀਂ ਨਹੀਂ, ਐਸਾ ਨਹੀਂ ਹੈ। ਜੇ ਗੁਰਬਾਣੀ ਦੀ ਆਪਾਂ ਡਿਟੇਲ ਵਿੱਚ ਸਟੱਡੀ ਕਰਦੇ ਹਾਂ ਤਾਂ ਸਮਝ ਆਉਂਦੀ ਹੈ ਵੀ ਇਹ ਸ਼ਬਦ ਪੂਰੇ ਗੁਰੂ ਖਾਤਰ ਵੀ ਆਉਂਦੇ। ਕਿਵੇਂ? ਇਹ ਅਸਲ 'ਚ ਜੁਦਾ ਵਿਸ਼ਾ ਹੈ ਇੱਕ, ਵੀ ਜਿਹੜਾ ਬ੍ਰਹਮ ਗਿਆਨੀ ਹੈ ਉਹ ਆਪ ਪਰਮੇਸ਼ਰ ਕਿਵੇਂ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਇਹਦੇ 'ਤੇ ਮਿਸ਼ਨਰੀ ਵੀਰਾਂ ਨੂੰ ਸ਼ੰਕਾ ਪੈਂਦਾ ਬਈ ਉਹ ਪਰਮੇਸ਼ਰ ਕਿਵੇਂ ਹੈ, ਨਿਰੰਕਾਰ ਕਿਵੇਂ ਹੈ। ਨਾਨਕ ਬ੍ਰਹਮ ਗਿਆਨੀ ਆਪ ਨਿਰੰਕਾਰ। ਇਸੇ ਤਰ੍ਹਾਂ ਵਿਧਾਤੇ ਦੀ ਗੱਲ ਹੈ। ਪਰ ਜਦੋਂ ਗੁਰਬਾਣੀ ਦੀ ਡਿਟੇਲ ਵਿੱਚ ਆਪਾਂ ਵਿਚਾਰ ਕਰਦੇ ਹਾਂ ਡਿਟੇਲ 'ਚ, ਤਾਂ ਸਮਝ ਪੈ ਜਾਂਦੀ ਹੈ ਵੀ ਜਿਹੜਾ ਗੁਰੂ ਹੈ ਉਹ ਪਰਮਾਤਮਾ ਵਰਗਾ ਹੈ। ਜਿਹੜੇ ਗੁਣ ਪਰਮਾਤਮਈ ਹੈ ਉਹੀ ਕਿਸੇ ਗੁਰੂ ਦੇ ਵਿੱਚ ਵੀ ਉਹੀ ਗੁਣ ਹੁੰਦੇ। ਇਸ ਕਰਕੇ ਟਪਲਾ ਨਹੀਂ ਖਾਣਾ ਇਹ ਇੱਕ ਜੁਦਾ ਵਿਸ਼ਾ ਹੈ। ਵੈਸੇ ਦਾਸ ਨੇ ਪਾਇਆ ਹੋਇਆ YouTube ਦੇ ਉੱਤੇ ਵੀ ਬ੍ਰਹਮ ਗਿਆਨੀ ਰੱਬੇ ਹੁੰਦਾ ਹੈ ਜਾਂ ਕੋਈ ਸੰਤ ਵੀ ਹੋ ਸਕਦਾ। ਇੱਕ ਤੁਕ ਹੈ ਗੁਰਬਾਣੀ ਦੀ ਮਹਾਂਵਾਕ ਹੈ, ਉੱਥੋਂ ਆਪ ਸਮਝਿਓ। ਇਸ ਯੁੱਗ ਮੈਂ ਵਿਰਲਾ ਕੋ ब्रह्म ज्ञानी, इस युग में है विरला को ब्रह्म ज्ञानी जे होमै मेट समाए। मतलब है भी इस युग ਦੇ ਵਿੱਚ ਕੋਈ ਵਿਰਲਾ ਬ੍ਰਹਮ ਗਿਆਨੀ ਹੈ ਜਿਹੜਾ ਆਪਣੀ ਹਉਮੈ ਨੂੰ ਮੇਟ ਕੇ ਉਹਦੇ ਵਿੱਚ ਸਮਾ ਜਾਂਦਾ। ਹੁਣ ਇੱਥੋਂ ਬਿਲਕੁਲ ਕਲੀਅਰ ਗੱਲ ਹੈ ਵੀ ਬ੍ਰਹਮ ਗਿਆਨੀ ਬੰਦਾ ਹੀ ਹੁੰਦਾ, ਰੱਬ ਨੂੰ ਨਹੀਂ ਬੰਦਾ ਬ੍ਰਹਮ ਗਿਆਨੀ ਕਿਹਾ ਜਾਂਦਾ। ਟਪਲਾ ਜ਼ਰੂਰ ਲੱਗਦਾ ਕਿਉਂਕਿ ਵਿਰਲਾ, ਰੱਬ ਵਿਰਲਾ ਨਹੀਂ ਹੈ, ਰੱਬ ਇੱਕੋ ਇੱਕ ਹੈ। ਵਿਰਲਾ ਬੰਦਾ ਹੋ ਸਕਦਾ, ਵਿਅਕਤੀ ਵਿਸ਼ੇਸ਼ ਹੋ ਸਕਦਾ ਹੈ, ਉਹ ਸੰਤ ਹੁੰਦਾ। ਇਸ ਯੁੱਗ में ਵਿਰਲਾ ਕੋ ਬ੍ਰਹਮ ਗਿਆਨੀ ਕੋਈ ਜੇ ਹਉਮੈ ਮੇਟ ਸਮਾਏ। ਹਉਮੈ ਪਰਮਾਤਮਾ 'ਚ ਨਹੀਂ ਹੈ, ਬੰਦੇ 'ਚ ਹਉਮੈ ਹੋ ਸਕਦੀ ਹੈ। ਉਹ ਹਉਮੈ ਔਰ ਅਗਿਆਨਤਾ ਨੂੰ ਦੂਰ ਕਰਕੇ ਉਹ ਰੱਬ ਦੇ ਵਿੱਚ ਸਮਾ ਜਾਂਦਾ। ਇਹ ਸਾਧ ਸੰਗਤ ਜੀ ਇਹ ਵੀ ਕੋਈ ਅਤਕਥਨੀ ਨਹੀਂ ਹੈ। ਗੁਰੂ ਅਮਰਦਾਸ ਜੀ ਔਰ ਗੁਰੂ ਅੰਗਦ ਦੇਵ ਜੀ ਪਹਿਲਾਂ ਦਾ ਜਿਹੜਾ ਜੀਵਨ ਤਾਂ ਉਹ ਹੋਰ ਤਰ੍ਹਾਂ ਦਾ ਸੀ, ਦੇਵੀ ਦੇਵਤਿਆਂ ਵਾਲਾ ਸੀਗਾ, ਜਾਂ ਆਪਾਂ ਕਹਿ ਵੀ ਸਕਦੇ ਹਾਂ ਬਈ ਤ੍ਰੈ ਗੁਣਾਂ ਵਾਲਾ ਜੀਵਨ ਸੀਗਾ। ਜਦੋਂ ਗੁਰੂ ਚਰਨਾਂ ਦੀ ਛੋਹ ਪ੍ਰਾਪਤ ਹੋ ਗਈ ਤੇ ਉਹ ਚੌਥੇ ਗੁਣ ਵਿੱਚ ਪ੍ਰਵੇਸ਼ ਕਰ ਗਏ। ਤੋ ਇਸੇ ਕਰਕੇ ਫਿਰ ਉਹ ਜਿਹੜਾ ਵੀ ਕੋਈ ਮਹਾਂਪੁਰਸ਼ ਪੂਰਾ ਹੋ ਜਾਂਦਾ ਹੈ, ਪੂਰਨ ਹੋ ਜਾਂਦਾ ਹੈ, ਆਪਣੇ ਅੰਦਰ ਉਹਦੇ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ। ਉਹ ਵਿਧਾਤਾ ਵੀ ਕਹਾਉਂਦਾ, ਉਹ ਪਰਮੇਸ਼ਰ ਵੀ ਕਹਾਉਂਦਾ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹ ਪਰਮੇਸ਼ਰ ਵਰਗਾ ਹੋ ਜਾਂਦਾ ਬਿਲਕੁਲ, ਉਹ ਆਪ ਨਿਰੰਕਾਰ ਵਰਗਾ ਹੋ ਜਾਂਦਾ ਹੈ, ਉਹ ਖੁਦ ਵਿਧਾਤਾ ਬਣ ਜਾਂਦਾ।
ਸੋ ਕੋਈ ਵਿਅਕਤੀ ਹੈ ਜਿਹੜਾ ਉਹ ਬ੍ਰਹਮ ਗਿਆਨੀ ਹੁੰਦਾ, ਨਾ ਕਿ ਪਰਮਾਤਮਾ ਹੁੰਦਾ ਹੈ। ਇਹ ਐਕਸਪਲੇਨ ਕਰੀ ਹੋਈ ਹੈ ਗੱਲ, ਦੇਖ ਲਿਓ YouTube ਤੇ। ਜਿਹਦੇ ਪਿੱਛੇ ਇੱਕ ਵਾਰ ਸ਼ਾਇਦ ਉਹ ਜਿਹੜੇ ਘੱਗਾ ਹੈ ਆਪਣੇ ਪੰਥ ਦੇ, ਉਹਨਾਂ ਦੇ ਨਾਲ ਵੀ ਵਿਚਾਰ ਹੋਈ ਸੀਗੀ, ਜਦ ਕਿ ਜੇ ਉਹ ਰੋਪੜ ਚੌਂਤੇ ਕਾਲਜ 'ਚ ਪੜ੍ਹਾਉਂਦੇ ਹੁੰਦੇ ਸੀਗੇ। ਦਾਸ ਵੀ ਉੱਥੇ ਜਾਇਆ ਕਰਦਾ ਸੀ ਕਦੇ ਕਦਾਈ ਸ਼ੌਕ ਨਾਲ। ਸੋ ਬ੍ਰਹਮ ਗਿਆਨੀ ਉਹ ਘੱਗਾ ਜੀ ਦਾ, ਬਾਕੀ ਵਿਦਵਾਨਾਂ ਜਿਹੜੇ ਕਈ ਸੱਜਣ ਮਿਸ਼ਨਰੀ, ਉਹਨਾਂ ਦਾ ਮੰਨਣਾ ਇਹ ਹੈ ਵੀ ਬ੍ਰਹਮ ਗਿਆਨੀ ਉਹ ਪਰਮੇਸ਼ਰ ਹੋ ਸਕਦਾ, ਰੱਬੇ ਪਰਮੇਸ਼ਰ ਹੋ ਸਕਦਾ, ਬੰਦਾ ਨਹੀਂ ਹੋ ਸਕਦਾ। ਉਹ ਗੁਰਬਾਣੀ ਦੀ ਗਹਿਰਾਈ ਤੋਂ ਅਣਜਾਣਤਾ। ਪ੍ਰਭ ਜਗ ਜੀਵਨ ਅਵਰ ਨ ਕੋਈ। ਜਗਤ ਦਾ ਜਿਹੜਾ ਜੀਵਨ ਹੈ ਉਹ ਪ੍ਰਭੂ ਹੈ, ਬ੍ਰਹਮਾ ਨਹੀਂ ਹੈ। ਜਿਵੇਂ ਸ੍ਰਿਸ਼ਟੀ ਸਮਝਦੀ ਹੈ ਵੀ ਬ੍ਰਹਮਾ ਜੀ ਨੇ ਸ੍ਰਿਸ਼ਟੀ ਬਣਾਈ ਹੈ, ਨੋ। ਪ੍ਰਭ ਜਗ ਜੀਵਨ ਅਵਰ ਨ ਕੋਈ। ਜਗ ਜੀਵਨ ਪ੍ਰਭੂ ਹੈ, ਜਗਤ ਦਾ ਜਿਹੜਾ ਜੀਵਨ ਦਾਤਾ ਹੈ ਉਹ ਪ੍ਰਭੂ ਹੈ, ਹੋਰ ਨਹੀਂ ਕੋਈ ਵੀ ਹੈ। ਨਾਨਕ ਨਾਮ ਰਤੇ ਪਤ ਹੋਏ। ਗੁਰੂ ਨਾਨਕ ਜੀ ਫਰਮਾਉਂਦੇ ਹੈ ਵੀ ਨਾਮ ਦੇ ਨਾਲ ਜਦੋਂ ਬੰਦਾ ਰੰਗਿਆ ਜਾਂਦਾ, ਰਤਦਾ ਹੈ, ਉਦੋਂ ਫਿਰ ਸਾਡੀ ਪੱਤ ਬਣਦੀ ਹੈ, ਉਦੋਂ ਅਸੀਂ ਪਤੀ ਪਰਮੇਸ਼ਰ ਨਾਲ ਮਿਲਦੇ ਹਾਂ। ਔਰ ਦੁਨਿਆਵੀ ਪੱਤ ਹੈ ਜਿਹੜੀ, ਉਹ ਹੋਰ ਚੀਜ਼ ਹੈ, ਜਿਹੜੀ ਤ੍ਰੈਗੁਣਾ 'ਚ ਹੈ, ਹੰਕਾਰ ਵਿੱਚ ਹੁੰਦੀ ਹੈ, ਗੁੱਸੇ 'ਚ ਹੁੰਦੀ ਹੈ, ਜਣਾ ਕਣਾ ਕਹਿੰਦਾ ਮੇਰੀ ਨਹੀਂ ਰਹਿੰਦੀ ਇੱਕਣਾ, ਉਹ ਦੁਨਿਆਵੀ ਹੈ, ਉਹਦੀ ਲੋੜ ਨਹੀਂ ਭਾਈ। ਉਹਨੂੰ ਸਗੋਂ ਮਾਰ ਕੇ ਜਿਹੜੀ ਸਾਡੀ ਪੱਤ ਪਰਮਾਤਮਾ ਦੇ ਨਾਲ ਬਣਾਵੇ, ਦਰਗਾਹ ਦੇ ਵਿੱਚ ਚੱਲੇ ਜਿਹੜੀ ਪੱਤ, ਉਹ ਕਿਹੜੀ ਹੈ? ਹਉਮੈ ਰਹਿਤ ਹੋ ਕੇ ਉਹਦੇ ਗੁਣ ਗਾਉਣੇ। ਉਸ ਪੱਤ ਦੀ ਬਾਤ ਸ੍ਰੀ ਗੁਰੂ ਜੀ ਕਰ ਰਹੇ ਹਨ। ਤੋ ਚਲੋ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਬੰਦਾ ਭੁੱਲਣਹਾਰ ਹੈ, ਵਾਰ ਇਹ ਦਾਸਰਾ ਕਹਿੰਦਾ ਹੋ ਜਾਂਦੀਆਂ, ਅਕਸਰ ਹੋ ਜਾਂਦੀਆਂ। ਇਸ ਕਰਕੇ ਸੰਗਤ ਜਿਹੜੀ ਹੈ ਉਹ ਬਖਸ਼ਣਹਾਰ ਹੁੰਦੀ ਹੈ, ਗੁਰੂ ਜੀ ਬਖਸ਼ਣਹਾਰ ਹੈ। ਕਿਉਂਕਿ ਲਿਮਿਟ ਦੇ ਵਿੱਚ ਲਿਮਿਟ ਵਾਲਾ ਬੰਦਾ ਤਾਂ ਹਮੇਸ਼ਾ ਹੀ ਲਿਮਿਟ 'ਚ ਰਹੇਗਾ, ਅਤੇ ਜਿਹੜਾ ਅਨਲਿਮਿਟਡ ਹੈ, ਗੁਰੂ ਹੈ, ਪਰਮਾਤਮਾ ਹੈ, ਉਹ ਸਾਨੂੰ ਲਿਮਿਟ ਵਾਲਿਆਂ ਨੂੰ ਬਖਸ਼ ਵੀ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਬਿਨਾ ਨਾਹੀ ਕੋ ਬੇਲੀ, ਬਿਖਲਾਦੀ ਸਿਰ ਭਾਰਾ। ਹੁਕਮ ਆਇਆ ਹੁਕਮ ਨ ਬੂਝੈ, ਹੁਕਮ ਸਵਾਰਨ ਹਾਰਾ। ਨਾਮ ਗੋਬਿੰਦ ਕਾ ਸਦਾ ਲੀਜੈ, ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ। ਰਾਜਨ ਰਾਮ ਰਵੈ ਹਿਤਕਾਰ, ਰਣ ਮੈਂ ਲੂਜੈ ਮਨੁਆ ਮਾਰ। ਰਾਤ ਦਿਨੰਤ ਰਹਿ ਰੰਗ ਰਾਤਾ, ਤੀਨ ਭਵਨ ਜੁਗ ਚਾਰੇ ਜਾਤਾ। ਜਿਨ ਜਾਤਾ ਸੋ ਤਿਸ ਹੀ ਜਿਹਾ, ਅਤ ਨਿਰਮਾਇਲ ਸੀਜਿਸ ਦੇਹਾ। ਰਹਸੀ ਰਾਮ ਹਿਰਦੈ ਇਕ ਭਾਏ, ਅੰਤਰ ਸ਼ਬਦ ਸਾਜ ਲਿਵ ਲਾਏ। ਰੋਸ ਨ ਕੀਜੈ ਅੰਮ੍ਰਿਤ ਪੀਜੈ, ਰਹਿਣ ਨਹੀਂ ਸੰਸਾਰੇ। ਰਾਜੇ ਰਾਏ ਰੰਕ ਨਹੀਂ ਰਹਿਣਾ, ਆਏ ਜਾਏ ਜੁਗ ਚਾਰੇ। ਰਹਿਣ ਕਹਿਣ ਤੇ ਰਹਿ ਨ ਕੋਈ, ਕਿਸ ਪੈ ਕਰੋ ਬਿਨੰਤੀ। ਏਕ ਸ਼ਬਦ ਰਾਮ ਨਾਮ ਨਿਰੋਦਰ, ਗੁਰ ਦੇਵੈ ਪਤ ਮਤੀ। ਲਾਜ ਮਰੰਤੀ ਮਰ ਗਈ, ਘੂੰਘਟ ਖੋਲ ਚੱਲੀ। ਸਾਸ ਦੀਵਾਨੀ ਬਾਵਰੀ, ਸਿਰ ਤੇ ਸ਼ੰਕ ਟਲੀ। ਪ੍ਰੇਮ ਬੁਲਾਈ ਰਲੀ ਸਿਉ, ਮਨ ਮੈਂ ਸ਼ਬਦ ਆਨੰਦ। ਲਾਲ ਰਤੀ ਲਾਲੀ ਭਈ, ਗੁਰਮੁਖ ਭਈ ਨਿਚਿੰਦ। ਪ੍ਰੇਮ ਬੁਲਾਈ ਰਲੀ ਸਿਉ, ਮਨ ਮੈਂ ਸ਼ਬਦ ਆਨੰਦ। ਲਾਲ ਰਤੀ ਲਾਲੀ ਭਈ, ਗੁਰਮੁਖ ਭਈ ਨਿਚਿੰਦ। ਸ੍ਰੀ ਗੁਰੂ ਜੀ ਦੀ ਰੱਤੀ ਹੋਈ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ ਅਤੇ ਗੁਰਬਾਣੀ ਵਿਚਾਰ ਦੇ ਗੁਰਮੁਖ ਸੱਜਣੋ,
ਓੰਕਾਰ ਬਾਣੀ ਦੀ ਅਗਲੀ ਵਿਚਾਰ ਹਾਜ਼ਰ ਹੈ ਆਪਣੀ ਤੁੱਛ ਬੁੱਧੀ ਅਨੁਸਾਰ। ਰਾਜਨ ਰਾਮ ਰਵੈ ਹਿਤਕਾਰ। ਜਿਹੜਾ ਵੀ ਰਾਜੇ ਰਾਮ ਨੂੰ ਪ੍ਰੇਮ ਦੇ ਸਹਿਤ ਰੱਬਦਾ ਹੈ, ਧਿਆਉਂਦਾ ਹੈ, ਯਾਦ ਕਰਦਾ ਹੈ। ਰਣ ਮੈਂ ਲੂਝੈ ਮਨੁਆ ਮਾਰ। ਉਹ ਫਿਰ ਰਣ ਦੇ ਵਿੱਚ ਮਨ ਨੂੰ ਮਾਰ ਕੇ ਜੰਗ ਕਰਦਾ ਹੈ, ਮਨ ਦੇ ਵਿਕਾਰਾਂ ਨਾਲ ਜੰਗ ਕਰਦਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਭਿੜਦਾ ਹੈ, ਲੁਝਦਾ ਹੈ। ਰਾਤ ਦਿਨੰਤ ਰਹਿ ਰੰਗ ਰਾਤਾ। ਫਿਰ ਦਿਨ ਰਾਤ ਰੰਗ ਵਿੱਚ ਰੰਗਿਆ ਰਹਿੰਦਾ ਉਹਦੇ 'ਚ। ਤੀਨ ਭਵਨ ਜੁਗ ਚਾਰੇ ਜਾਤਾ। ਤਿੰਨਾਂ ਭਵਨਾਂ 'ਚ ਚਾਰੇ ਯੁੱਗਾਂ ਵਿੱਚ ਜਾਣਿਆ ਜਾਂਦਾ ਹੈ। ਸਾਧ ਸੰਗਤ ਜੀ, ਉਹ ਚਾਰ ਯੁੱਗ ਦੀ ਵਿਚਾਰ ਮਿਥਿਆਸ 'ਚੋਂ ਆਈ ਹੋਈ ਹੈ। ਗੁਰਬਾਣੀ ਨੇ ਉਸੇ ਤਰੀਕੇ ਨਾਲ ਲਿਖਿਆ ਵੀ ਹੈ ਬਹੁਤ ਜਗ੍ਹਾ, ਲੇਕਿਨ ਗੁਰਬਾਣੀ ਦਾ ਵਿਚਾਰ ਇਹ ਵੀ ਹੈ ਵੀ ਯੁੱਗ ਚਾਰ ਨਹੀਂ ਹੈ, ਯੁੱਗਾਂ ਦਾ ਅੰਤ ਨਹੀਂ ਇੰਨੇ ਹੋਏ। ਇੱਕ ਕਲਪ ਦੇ ਵਿੱਚ ਚਾਰ ਯੁੱਗ ਹੁੰਦੇ, ਕੋਟ ਕਲਪ ਦੀ ਬਾਤ ਵੀ ਗੁਰਬਾਣੀ 'ਚ ਆਈ ਹੋਈ ਹੈ। ਕਰੋੜਾਂ ਹੀ ਯੁੱਗ, ਕੋਈ ਪਤਾ ਹੀ ਨਹੀਂ ਹੈ ਸਮੇਂ ਦਾ। ਇਹ ਸਿਰਫ ਲਿਖਣ ਖਾਤਰ ਹੈ ਬਾਤ ਵੀ, ਕਿਉਂਕਿ ਲੋਕਾਂ ਦੀ ਮਾਨਤਾ ਹੈ ਚਾਰ ਯੁੱਗਾਂ 'ਚ, ਪਰ ਗੁਰਬਾਣੀ ਦਾ ਐਜ ਸੱਚ ਕੋਈ ਇਸ ਤਰ੍ਹਾਂ ਦਾ ਖਿਆਲ ਨਹੀਂ ਹੈ। ਸੋ ਸਾਰੇ ਸਮਿਆਂ ਦੇ ਵਿੱਚ ਮਤਲਬ ਇਹ ਹੈ, ਤਿੰਨੇ ਭਵਨਾਂ ਦੇ ਵਿੱਚ ਉਹ ਜਾਣਿਆ ਜਾਂਦਾ। ਜਿਨ ਜਾਤਾ ਸੋ ਤਿਸ ਹੀ ਜਿਹਾ। ਜਿਹਨੇ ਉਸ ਨੂੰ ਜਾਣਿਆ ਹੈ ਉਹ ਉਹੋ ਜਿਹਾ ਹੀ ਬਣ ਜਾਂਦਾ ਹੈ। ਜਿਹੜੀ ਵਿਚਾਰ ਅੱਜ ਵੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਕਰ ਰਹੇ ਸੀ, ਭੇਦ ਨਾ ਜਾਣੋ ਮਾਨਸ ਦੇਹਾ। ਉਹ ਬੰਦਾ ਜਿਹੜਾ ਹੁੰਦਾ ਬ੍ਰਹਮ ਗਿਆਨੀ, ਉਹੋ ਜਿਹਾ ਹੀ ਬਣ ਜਾਂਦਾ ਹੈ ਜਿਹੋ ਜਿਹਾ ਪ੍ਰਮਾਤਮਾ ਹੁੰਦਾ ਹੈ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਦੇਖੋ, ਖੋਜੈ ਨਹੀਂ ਲਿਖਿਆ, ਖੋਜੈ। ਮਹੇਸ਼ਰ ਨੂੰ, ਸ਼ਿਵ ਜੀ ਨੂੰ ਵੀ ਪ੍ਰੇਮ ਦੇ ਸਹਿਤ ਲਿਖਿਆ ਗਿਆ। ਖੋਜੈ, ਖੋਜਦੇ ਹਨ। ਹਾਲਾਂਕਿ ਸ਼ਿਵ ਜੀ ਤਾਂ ਇਕੱਲਾ ਹੀ ਹੈ, ਪਰ ਉਹ ਪ੍ਰੇਮ ਦੇ ਸਹਿਤ, ਜਿਵੇਂ ਪ੍ਰਭ ਜੀ ਬਸੈ ਸਾਧ ਕੀ ਰਸਨਾ, ਬਸਦੇ ਹਨ। ਬਸੈ ਨਹੀਂ, ਬਸੈ। ਸੋ ਗੁਰੂ ਨਾਨਕ ਸਾਹਿਬ ਨੇ ਸ਼ਿਵ ਜੀ ਨੂੰ ਵੀ ਸਤਿਕਾਰ ਦਿੱਤਾ ਹੈ, ਲੇਕਿਨ ਇਹ ਵੀ ਦੱਸ ਦਿੱਤਾ ਨਾਲ ਵੀ ਸ਼ਿਵ ਜੀ ਵੀ, ਮਹਾਦੇਵ ਵੀ ਪਰਮਾਤਮਾ ਨੂੰ ਖੋਜ ਰਿਹਾ ਹੈ। ਬ੍ਰਹਮ ਗਿਆਨੀ ਕੋ ਖੋਜੈ ਪਰਮੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਪਰਮੇਸ਼ਰ ਦੇ ਰਾਰੇ ਨੂੰ ਔਂਕੜ ਨਹੀਂ ਲੱਗੀ ਹੋਈ, ਇਹ ਕੋਈ ਸੰਕੇਤ ਹੈ। ਦੇਖਿਓ ਸਿੰਘ ਸਾਹਿਬ ਜੀ, ਉਹ ਤੁਸੀਂ ਕਿਸੇ ਹੋਰ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਸੈਂਚੀ ਤੁਹਾਡੇ ਕੋਲ ਹੈ, ਸੈਂਚੀ ਨਹੀਂ ਪੂਰਾ ਸਰੂਪ ਹੈ, ਉਹਦੇ 'ਚ ਨਿਗਾਹ ਮਾਰਿਓ ਵੀ ਪਰਮੇਸ਼ਰ ਦੇ ਰਾਰੇ ਨੂੰ ਔਂਕੜ ਹੈ ਜਾਂ ਨਹੀਂ ਹੈ। ਇਹਦੇ ਵਿੱਚ ਬਹੁਤ ਬੜਾ ਭੇਦ ਹੈ ਵਿਆਕਰਨ ਦਾ। ਫਿਰ ਆਪਾਂ ਵਿਚਾਰ ਕਰਾਂਗੇ ਜਿਹੜੀ ਗੱਲ ਤੁਸੀਂ ਪੁੱਛੀ ਹੈ ਵੀ ਵਿਆਕਰਨਿਕ ਤੌਰ 'ਤੇ ਜਿਹੜੀਆਂ ਇਹ ਪੋਥੀਆਂ ਇਹਨਾਂ ਵਿੱਚ ਤਾਂ ਹੈ ਨਹੀਂ, ਨੈੱਟ ਪਰ ਵੀ ਹੈ ਨਹੀਂ ਔਂਕੜ ਲੱਗਾ। ਤੁਸੀਂ ਉਹ ਦੇਖ ਕੇ ਜ਼ਰੂਰ ਦੱਸਿਓ, ਕਿਉਂਕਿ ਮੇਰੇ ਕੋਲ ਇਸ ਟਾਈਮ ਮੈਂ ਪਾਸ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ, ਦੇਖ ਕੇ ਦੱਸਿਓ। ਅਤ ਨਿਰਮਾਇਲ ਸੀਜਸ ਦੇਹਾ। ਉਹ ਅਤ ਦਾ ਨਿਰਮਲ ਹੋ ਜਾਂਦਾ ਹੈ, ਉਹਦੀ ਦੇਹੀ ਸਫਲ ਹੋ ਜਾਂਦੀ ਹੈ। ਰਹੱਸੀ ਰਾਮ ਹਿਰਦੈ ਇੱਕ ਪਾਏ। ਪ੍ਰੇਮ ਦੇ ਨਾਲ ਇੱਕ ਰਸ ਉਹਦੇ ਹਿਰਦੇ ਦੇ ਵਿੱਚ, ਹਿਰਦੇ ਦੇ ਵਿੱਚ ਖੇੜਾ ਬਣਿਆ ਰਹਿੰਦਾ। ਅੰਤਰ ਸ਼ਬਦ ਸਾਜ ਲਿਵ ਲਾਏ। ਅੰਦਰ ਸ਼ਬਦ ਵੱਜ ਜਾਂਦਾ ਹੈ, ਸੱਚ ਦੇ ਵਿੱਚ ਲਿਵ ਲੱਗ ਜਾਂਦੀ ਹੈ। ਮਨ ਦੇ ਵਿੱਚ ਨਾਮ ਚੱਲ ਪੈਂਦਾ। ਸ਼ਬਦ ਸਾਧ ਸੰਗਤ ਜੀ, ਉਹ ਗੁਰਬਾਣੀ 'ਚ ਕਈ ਜਗ੍ਹਾ ਜ਼ਿਕਰ ਹੈ, ਹਿਰਦੇ 'ਚ ਵਸਦਾ ਹੈ। ਜਿਹਦੇ ਹਿਰਦੇ 'ਚ ਸ਼ਬਦ ਵਸੂਗਾ, ਸ਼ਬਦ ਦੀ ਵਿਚਾਰ ਵਸੂਗੀ, ਉਸੇ ਦੇ ਅੰਦਰ ਮਨ ਦੇ ਵਿੱਚ ਆਪਣਾ ਨਾਮ ਨੇ ਚੱਲਣਾ, ਸਿਮਰਨ ਨੇ ਚੱਲਣਾ। ਰੋਸ ਨਾ ਕੀਜੈ ਅੰਮ੍ਰਿਤ ਪੀਜੈ, ਰਹਿਣ ਨਹੀਂ ਸੰਸਾਰੇ। ਕਿਉਂ ਰੋਸ ਕਰਦੇ ਆ? ਅੰਮ੍ਰਿਤ ਪੀਓ, ਕਿਉਂਕਿ ਸੰਸਾਰ 'ਚ ਰਹਿਣਾ ਕੋਈ ਨਹੀਂ, ਇੱਥੋਂ ਚਲੇ ਜਾਣਾ ਸਭ ਨੇ। ਰਾਜੇ ਰੰਕ ਸਭ ਗਏ ਹੈ, ਪੀਰ ਪੈਗੰਬਰਾਂ ਨੂੰ ਵੀ ਜਾਣਾ ਪੈਂਦਾ ਸਰੀਰਕ ਤੌਰ ਪਰ, ਲੇਕਿਨ ਗੁਰਬਾਣੀ ਦਾ ਇਹ ਨਿਸ਼ਚਾ ਹੈ ਵੀ ਸਾਧੂ ਕਦੇ ਮਰਦਾ ਨਹੀਂ। ਇੱਕ ਵਾਰ ਦਾਸ ਨੂੰ ਪੁੱਛਿਆ ਸੀ ਕਿਸੇ ਗਿਆਨੀ ਨੇ, ਜਿਹੜਾ 40-50 ਸਾਲ ਤੋਂ ਪਾਠ ਕਰ ਰਿਹਾ ਸੀ, ਵੀ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਵੀ ਇਹਦਾ ਕਿਆ ਮਤਲਬ ਹੈ? ਉਹਨੇ ਨਾਲ ਇਹ ਵੀ ਗੱਲ ਕਹੀ ਵੀ ਬਾਬਾ ਜੀ ਨਸਲਪੁਰ ਵਾਲਿਆਂ ਦਾ ਸੰਸਕਾਰ ਹੋਇਆ, ਪੰਜਵੇਂ ਪਾਤਸ਼ਾਹ ਦਾ ਪਤਾ ਹੈ, ਚਲੋ ਗੁਰੂ ਨਾਨਕ ਸਾਹਿਬ ਬਾਰੇ ਤਾਂ ਕੁਝ ਹੋਰ ਤਰ੍ਹਾਂ ਦੀ ਕਹਾਣੀ ਹੈ। 10ਵੇਂ ਬਾਰੇ ਪਤਾ ਵੀ ਹਜ਼ੂਰ ਸਾਹਿਬ ਸੰਸਕਾਰ ਹੋਇਆ। 6ਵਿਆਂ ਦਾ ਪਤਾ ਵੀ ਕੀਰਤਪੁਰ ਸਾਹਿਬ ਸੰਸਕਾਰ ਹੋਇਆ। ਬਈ ਇਹ ਕਿਆ ਮਤਲਬ ਹੈ ਵੀ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ?
ਤੋ ਦਾਸ ਨੇ ਉਹਦੀ ਤਸੱਲੀ ਇਸ ਤਰ੍ਹਾਂ ਕਰਾਈ ਸੀਗੀ ਵੀ ਦੇਖੋ ਗਿਆਨੀ ਜੀ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਨਾਮ ਵੀ ਰਹਿੰਦਾ ਇੱਥੇ ਸਦਾ ਵਾਸਤੇ, ਸਾਧੂ ਵੀ ਰਹਿੰਦਾ ਹੈ, ਔਰ ਗੁਰੂ ਗੋਬਿੰਦ ਤਾਂ ਰਹਿੰਦੇ ਹੀ ਰਹਿੰਦੇ। ਇਹ ਚਾਰੇ ਚੀਜ਼ਾਂ ਅਮਰ ਹੈ। ਗੁਰਬਾਣੀ ਹਮੇਸ਼ਾ ਸੰਤਾਂ ਨੂੰ, ਬ੍ਰਹਮ ਗਿਆਨੀਆਂ ਨੂੰ ਅਮਰ ਮੰਨਦੀ ਹੈ। ਉਸੇ ਲਹਿਜੇ 'ਚ ਇੱਥੇ ਆਈ ਹੋਈ ਬਾਤ ਹੈ ਬਈ ਬਾਕੀ ਕਿਸੇ ਨੇ ਨਹੀਂ ਰਹਿਣਾ, ਰਾਜੇ ਰੰਕ ਨੇ ਕਿਸੇ ਨੇ ਨਹੀਂ ਰਹਿਣਾ, ਸਰੀਰ ਕਿਸੇ ਦਾ ਵੀ ਨਹੀਂ ਰਹਿਣਾ, ਚੰਦ ਸੂਰਜ ਵੀ ਕਈ ਵਾਰ ਮਿਟ ਲਏ, ਕਈ ਵਾਰ ਬਣ ਲਏ, ਇਹ ਉਹਦਾ ਹੁਕਮ ਹੈ। ਉਹ ਕੇਵਲ ਆਪੇ ਹੀ ਹੈ ਜਿਹਦਾ ਸਰੀਰ ਨਹੀਂ ਹੈ, ਔਰ ਉਹ ਕਦੇ ਮਰਦਾ ਨਹੀਂ ਹੈ, ਜੰਮਦਾ ਨਹੀਂ ਹੈ, ਉਹ ਰਹਿੰਦਾ ਹੈ। ਜਿਹੜੇ ਸੰਤ ਲੋਕ ਹੈ, ਬ੍ਰਹਮ ਗਿਆਨੀ ਹੈ, ਉਹਨਾਂ ਦਾ ਜਿਹੜੀ ਵਿਚਾਰ ਹੈ, ਥੋਟ ਹੈ, ਉਹ ਕਦੇ ਨਹੀਂ ਮਰਦਾ ਦੁਨੀਆ 'ਚ, ਉਹ ਰਹਿੰਦਾ ਹੈ। ਸਰੀਰ ਨੂੰ ਕੋਈ ਜ਼ਾਲਮ ਖਤਮ ਕਰ ਸਕਦਾ ਹੈ, ਲੇਕਿਨ ਵਿਚਾਰਾਂ ਨੂੰ ਖਤਮ ਨਹੀਂ ਕਰ ਸਕਦਾ। ਰਹਿਣ ਕਹਿਣ ਤੇ ਰਹਿ ਨਾ ਕੋਈ, ਕਿਸ ਪੈ ਕਰੋ ਬੇਨੰਤੀ। ਇੱਥੇ ਰਹਿਣਾ ਨਹੀਂ ਹੈ, ਇਸ ਗੱਲ ਨੂੰ ਕਹਿਣ ਤੇ ਕੋਈ ਨਹੀਂ ਚੁੱਕਦਾ। ਪਤਾ ਹੈ ਸਭ ਨੂੰ ਵੈਸੇ ਵੀ ਇੱਥੇ ਰਹਿਣਾ ਕੋਈ ਨਹੀਂ ਹੈ। ਕਿਹਦੇ ਕੋਲ ਬੇਨਤੀ ਕਰਾਂ? ਸਭ ਇੱਥੇ ਜਾਣਦੇ ਹੋਏ ਵੀ ਰਹਿਣਾ ਨਹੀਂ ਹੈ, ਫਿਰ ਵੀ ਉਰੇ ਮੱਲਾਂ ਮਾਰਦੇ। ਰਾਜੇ ਜਗ੍ਹਾ ਜਗ੍ਹਾ ਯੁੱਧ ਕਰਕੇ, ਮਨੁੱਖਤਾ ਦਾ ਘਾਣ ਕਰਕੇ ਇਲਾਕਿਆਂ ਨੂੰ ਹਥਿਆਉਂਦੇ ਹਾਂ। ਸਾਡੀ ਵੀ ਜਿੰਨੀ ਕੁ ਪਹੁੰਚ ਹੁੰਦੀ ਹੈ, ਅਸੀਂ ਵੀ ਇਹੀ ਕੰਮ ਕਰਦੇ ਹਾਂ। ਏਕ ਸ਼ਬਦ ਰਾਮ ਨਾਮ ਨਿਰੋਧਰ, ਗੁਰ ਦੇਵੈ ਪਤ ਮਤੀ। ਇੱਕ ਸ਼ਬਦ ਰਾਮ ਦੇ ਨਾਮ ਦਾ ਨਿਰੋਧਰ ਮੰਤਰ ਹੈ। ਨਿਰੋਧਰ ਮੰਤਰ ਹੁੰਦਾ ਜਿਸ ਮੰਤਰ ਨਾਲ ਸਾਰੇ ਮੰਤਰ ਟਲ ਸਕਦੇ हैं, ਜਿਹਦੇ ਨਾਲ ਸਾਰੀਆਂ ਬਲਾਵਾਂ ਟਲ ਸਕਦੀਆਂ, ਉਹ ਸਭ ਤੋਂ ਸ਼੍ਰੋਮਣੀ ਮੰਤਰ ਹੁੰਦਾ, ਉਹ ਰਾਮ ਦਾ ਨਾਮ ਹੈ। ਭਾਈ ਸਾਨੂੰ ਪੰਡਿਤ ਨੇ ਤਾਂ ਬਹੁਤ ਕਿਸਮ ਦੇ ਮੰਤਰ ਦੇ ਦਿੱਤੇ ਵੀ ਜੇ ਆਹ ਤਕਲੀਫ ਹੈ ਤਾਂ ਆਹ ਮੰਤਰ ਜਪੋ, ਇਸ ਤਰ੍ਹਾਂ ਦਾ ਕੁਛ ਨਹੀਂ ਹੈ। ਸਿਰਫ ਰਾਮ ਨਾਮ ਦਾ ਮੰਤਰ ਨਿਰੋਧਰ ਮੰਤਰ ਹੈ। ਇਹ ਗੁਰੂ ਤੋਂ ਮਿਲਦਾ, ਗੁਰੂ ਤੋਂ ਹੀ ਇੱਜ਼ਤ ਮਿਲਦੀ ਹੈ, ਗੁਰੂ ਤੋਂ ਹੀ ਮੱਤ ਮਿਲਦੀ। ਲਾਜ ਮਰੰਤੀ ਮਰ ਗਈ, ਘੂੰਘਟ ਖੋਲ ਚੱਲੀ। ਦੇਖੋ ਦੁਨਿਆਵੀ ਮਿਸਾਲ ਹੈ, ਫਿਰ ਇਹਨੂੰ ਪਰਮਾਰਥ ਵਿੱਚ ਲਗਾਇਆ। ਕੋਈ ਨੰਬਿਆਈ ਬਹੂ, ਉਹ ਲੋਕ ਲਾਜ ਵਿੱਚ ਮਰ ਕੇ ਮਰਦੀ ਹੈ, ਲੋਕ ਲਾਜ ਨੂੰ ਹਰ ਵਕਤ ਮੰਨ ਕੇ ਘੂੰਘਟ ਕੱਢਦੀ ਹੈ। ਸੱਸ ਤੋਂ, ਪਾਗਲ ਸੱਸ ਤੋਂ ਵੀ ਡਰਦੀ ਰਹਿੰਦੀ ਹੈ ਹਰ ਵਕਤ। ਫਿਰ ਗੁਰੂ ਸਾਹਿਬ ਫਰਮਾਉਂਦੇ ਆ ਵੀ ਜਦ ਉਹਨੇ ਘੁੰਘਟੇ ਚੱਕ ਦਿੱਤਾ ਬਈ ਜਾਂ ਮੈਂ ਤਾਂ ਅੱਜ ਤੋਂ ਬਾਅਦ ਆਜ਼ਾਦ ਹੋ ਗਈ, ਨਾ ਤਾਂ ਫਿਰ ਸੱਸ ਤੰਗ ਕਰਦੀ ਹੈ, ਨਾ ਲੋਕ ਲਾਜ ਤੰਗ ਕਰਦਾ। ਪਤੀ ਨੇ ਕੋਲ ਬੁਲਾ ਲਈ। ਹੁਣ ਦੇਖੋ ਇਹਨੂੰ ਕਿਵੇਂ ਆਪਾਂ ਵਿਚਾਰ ਕਰੀਏ ਇਹਦੀ ਪਰਮਾਰਥ ਵਿੱਚ। ਜਿਹੜੀ ਲੋਕ ਲਾਜ ਹੈ, ਇਹ ਲੋਕ ਲਾਜ ਸਾਨੂੰ ਪਰਮਾਤਮਾ ਦੇ ਸਿਮਰਨ ਤੋਂ ਰੋਕਦੀ ਹੈ। ਲੋਕ ਕਿਆ ਕਹਿਣਗੇ? ਇਹ ਲੋਕ ਲਾਜ ਨੂੰ ਭਗਤ ਰਵਿਦਾਸ ਜੀ ਨੇ ਸੱਪ ਦੀ ਕੁੰਜ ਵਾਂਗ ਲਾ ਕੇ ਪਰੇ ਮਾਰਿਆ ਵੀ ਲੋਕ ਕਹਿਣਗੇ ਜੁੱਤੀਆਂ ਕੱਢਦਾ, ਨੀਚ ਕੰਮ ਕਰਦਾ। ਕਹੋ ਭਾਈ ਜੀ ਨੇ ਕਹਿਣਾ। ਆਪਣੇ ਆਪ ਨੂੰ ਚਮਾਰ ਸ਼ਬਦ ਨਾਲ ਵੀ ਸੰਬੋਧਨ ਕਰਿਆ ਬਹੁਤ ਜਗ੍ਹਾ ਗੁਰਬਾਣੀ 'ਚ। ਇਹ ਲੋਕ ਲਾਜ ਹੈ ਜਿਹੜੀ, ਇਹ ਰੱਬ ਦੇ ਰਸਤੇ ਦਾ ਰੋੜਾ ਹੈ। ਘੂੰਘਟ ਖੋਲ ਚੱਲੀ, ਚੱਕ ਦਿੱਤਾ ਘੂੰਘਟ। ਘੂੰਘਟ ਵੀ ਸ਼ਰਮ ਦੀ ਨਿਸ਼ਾਨੀ ਹੁੰਦੀ ਹੈ। ਅੱਜ ਕੱਲ੍ਹ ਤਾਂ ਵੈਸੇ ਹੀ ਚੱਕਿਆ ਗਿਆ, ਪਹਿਲਾਂ ਇਹ ਕੱਢਿਆ ਕਰਦੀਆਂ ਸੀ ਬੀਬੀਆਂ। ਸਾਸ ਦੀਵਾਨੀ ਬਾਵਰੀ, ਇਹ ਜਿਹੜੀ ਮਾਇਆ ਸੱਸ ਹੈ, ਇਹ ਦੀਵਾਨੀ ਬਾਵਰੀ ਹੋਈ ਜਿਹੜੀ ਹਰ ਵਕਤ ਟੋਕਦੀ ਸੀਗੀ ਬਹੂ ਨੂੰ, ਉਹਦੇ ਵੀ ਸਿਰ 'ਤੇ ਸ਼ੰਕਾ ਟਲ ਗਈ। ਮਾਇਆ ਛੱਡ ਦਿੱਤੀ, ਮਾਇਆ ਦਾ ਪ੍ਰੇਮ ਛੱਡ ਦਿੱਤਾ। ਪ੍ਰੇਮ ਬੁਲਾਈ ਰਲੀ ਸਿਉ ਮਨ ਮੈਂ ਸ਼ਬਦ ਆਨੰਦ। ਪਤੀ ਨੇ ਪ੍ਰੇਮ ਦੇ ਨਾਲ ਬੁਲਾ ਲਿਆ ਕੋਲ, ਮਨ ਵਿੱਚ ਸ਼ਬਦ ਦਾ ਆਨੰਦ ਬਣ ਗਿਆ। ਹੁਣ ਨਾ ਸੱਸ ਦਾ ਮਾਇਆ ਦਾ ਫਿਕਰ, ਨਾ ਹੀ ਲੋਕ ਲਾਜ ਦਾ ਫਿਕਰ। ਜਦ ਪਤੀ ਦੇ ਕੋਲ ਆ ਗਈ ਔਰਤ, ਕੋਈ ਬੀਬੀ, ਉਹਦਾ ਸਾਰਾ ਕੁਝ ਪੂਰਾ ਹੋ ਜਾਂਦਾ। ਉਹਨੂੰ ਫਿਰ ਕੋਈ ਚੀਜ਼ ਦੀ ਨਾ ਲਾਲਸਾ ਰਹਿੰਦੀ ਹੈ, ਹੋਰ ਆਨੰਦ ਵਿੱਚ ਰਹਿੰਦੀ ਹੈ, ਖੇੜੇ 'ਚ ਰਹਿੰਦੀ ਹੈ। ਲਾਲ ਰੱਤੀ ਲਾਲੀ ਪਈ, ਗੁਰਮੁਖ ਪਈ ਨਿਚਿੰਦ। ਉਹ ਫਿਰ ਇਹੋ ਜਿਹਾ ਖੇੜਾ ਉਹਦੇ ਅੰਦਰ ਆਉਂਦਾ, ਪਤੀ ਦੇ ਨਾਲ ਮਿਲ ਕੇ, ਸੰਤਾਂ ਦਾ, ਰੱਬ ਦੇ ਨਾਲ ਮਿਲ ਕੇ ਲਾਲੀ ਆ ਜਾਂਦੀ ਹੈ ਚਿਹਰੇ ਦੇ ਉੱਤੇ, ਔਰ ਗੁਰੂ ਦੇ ਰਾਹੀਂ ਬੇਫਿਕਰ ਹੋ ਜਾਂਦੀ ਹੈ। ਗੁਰੂ ਤੋਂ ਹੀ ਹੁੰਦਾ ਇਹ ਸਾਰਾ ਕੁਝ, ਗੁਰੂ ਹੀ ਕਰਦਾ ਹੈ। ਪਰਮਾਤਮਾ ਨੂੰ ਮਿਲਾਉਣ ਵਾਲਾ ਗੁਰੂ ਹੈ। ਤੋ ਸਾਧ ਸੰਗਤ ਜੀ, ਉਹ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ, ਕਿਉਂਕਿ ਗੁਰਬਾਣੀ ਹੈ ਅਰਸ਼ਾਂ ਤੋਂ ਆਈ ਹੋਈ, ਹਿਰਦਿਆਂ 'ਚੋਂ ਨਿਕਲੀ ਹੋਈ, ਡੂੰਘਾਈਆਂ 'ਚੋਂ, ਜਿੱਥੇ ਕਾਮ ਕ੍ਰੋਧ ਦਾ ਅਭਾਵ ਹੁੰਦਾ ਹੈ। ਹੁਣ ਅਸੀਂ ਹੈਗੇ ਤ੍ਰੈਗੁਣੀ ਜੀਵ। ਵਿਚਾਰ ਕਰਦਿਆਂ
ਜ਼ਰੂਰੀ ਨਹੀਂ ਵੀ ਅਸੀਂ ਉਸ ਵਿਚਾਰ ਨੂੰ ਪਕੜ ਲਿਆ ਹੋਵੇ ਜਿਹੜੇ ਗੁਰੂ ਸਾਹਿਬ ਨੇ ਪਾਏ ਹੋਏ ਆ, ਵਿੱਚ ਰੱਖੇ ਹੋਏ ਆ। ਕੋਸ਼ਿਸ਼ ਕਰੀ ਦੀ ਹੈ, ਜਿੰਨੀ ਕੁ ਉਹਦੀ ਮਿਹਰ ਹੈ ਕਰ ਲਈ ਦੀ ਹੈ, ਬਾਕੀ ਉਹ ਜਾਣੇ। ਕੋਈ ਬੰਦਾ ਪਰਫੈਕਟ ਨਹੀਂ ਹੋ ਸਕਦਾ। ਕੋਈ ਅਪਸ਼ਬਦ ਦੀ ਖਿਮਾ ਦਿਓ ਔਰ ਬਖਸ਼ ਵੀ ਦਿਓ, ਬਖਸ਼ਿਸ਼ ਦਿਓ, ਕੋਈ ਅਸੀਸ ਵੀ ਦਿਓ, ਕਿਉਂਕਿ ਸਾਧ ਸੰਗਤ ਬਖਸ਼ਿਸ਼ਾਂ ਦਾ ਭੰਡਾਰ ਹੈ, ਅਸੀਸਾਂ ਦਾ ਭੰਡਾਰ ਹੈ। ਆਪ ਜੀ ਦੇ ਨਾਲ ਸੰਗਤ ਕਰੀ ਦੀ ਹੈ ਔਰ ਗਦਗਦ ਹੋਈਦਾ, ਤਰ੍ਹਾਂ ਤਰ੍ਹਾਂ ਦੇ ਵਿਚਾਰ ਸੁਣਨ ਨੂੰ ਮਿਲ ਜਾਂਦੇ ਆ। ਦੁਬਾਰਾ ਫੇਰ ਤੋਂ ਬੇਨਤੀ ਕਰਦੇ ਹੋਏ ਵੀ ਬਖਸ਼ ਹੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।